ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰ ਇਸ਼ਨਾਨ ਜਲ ਬਾਵਲੀ, ਹਰਖਿਓ ਮਨ ਮਾਹੀ। ਗਇਓ ਚੁਬਾਰੇ ਕੋ ਬਾਹੁਰ, ਮੋਹਨ ਕੇ ਪਾਹੀ। ਭਿਰੇ ਕਪਾਟ ਬਿਲੋਕ ਕੈ, ਪੁਲ ਊਚ ਉਚਾਰਾ। ਗੁਰੂ ਅਮਰ ਕੇ ਸੁਤ ਬੜੇ, ਦੇਹੁ ਦਰਸ ਉਦਾਰਾ। ਕਰ ਇਸ਼ਨਾਨ ਜਲ ਬਾਵਲੀ, ਹਰਖਿਓ ਮਨ ਮਾਹੀ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਸਾਰੀਆਂ ਸੰਗਤਾਂ ਹਾਜ਼ਰੀਆਂ ਲਵਾਈਏ, ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੀ ਲੜੀਵਾਰ ਕਥਾ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਰ ਸਤਿਗੁਰੂ ਜੀ, ਧੰਨ ਧੰਨ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਦੀਨ ਦੁਨੀਆ ਨੂੰ ਤਾਰਨ ਵਾਸਤੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਮਹਾਰਾਜ ਕਰ ਰਹੇ ਹਨ। ਆਪ ਜੀ ਨੇ ਮਹਾਰਾਜ ਦੇ ਗੁਣ ਸੁਣੇ, ਸ਼ਾਂਤ, ਸੁਸ਼ੀਲਤਾ, ਸੁਚਮਤਾ, ਧੀਰਜ, ਖਿਮਾ, ਦਇਆ, ਐਸੇ ਬੇਅੰਤ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਹਨ। ਹਜੂਰ ਮਹਾਰਾਜ ਬੈਠੇ ਹੋਏ ਹੈ। ਇੱਕ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਸਾਡਾ ਜਿਹੜਾ ਮਨ ਹੈ ਦੁਬਿਧਾ ਵਿੱਚ ਪਿਆ ਹੋਇਆ। ਮਹਾਰਾਜ ਕਹਿਣ ਲੱਗੇ, ਭਾਈ ਸਿੱਖਾ ਦੱਸ। ਮਹਾਰਾਜ ਬਾਬਾ ਪ੍ਰਿਥੀਆ ਤੇ ਕੁਝ ਲੋਕ ਹੋਰ ਗੁਰੂ ਜੀ ਦੀ ਬਾਣੀ ਦੀ ਰੀਸ ਕਰਕੇ ਕਵਿਤਾ ਬਣਾਉਣ ਲੱਗ ਪਏ ਹਨ, ਔਰ ਉਸ ਕਵਿਤਾ ਦੇ ਸੰਪੂਰਨਤਾ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਦਿੰਦੇ ਹਨ, ਜਿਸ ਤੋਂ ਆਮ ਭੋਲੇ ਭਾਲੇ ਸਿੱਖਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਇਹ ਸਤਿਗੁਰੂ ਜੀ ਦੀ ਬਾਣੀ ਹੈ। ਮਹਾਰਾਜ
ਗੁਰਬਾਣੀ ਦੇ ਵਿੱਚ ਰਲਾ ਪੈਣ ਲੱਗ ਪਿਆ ਹੈ। ਉਥੇ ਨਾਲ ਦੂਜੇ ਸਿੱਖ ਨੇ ਹੋਰ ਬੇਨਤੀ ਕੀਤੀ, ਮਹਾਰਾਜ ਭਾਈ ਗੁਰਦਾਸ ਜੀ ਦੀ ਵੀ ਬਾਣੀ ਹੈ, ਮਹਾਰਾਜ ਕੀ ਉਹ ਪੜ੍ਹਨੀ ਚਾਹੀਦੀ ਹੈ ਜਾਂ ਨਹੀਂ ਪੜ੍ਹਨੀ ਚਾਹੀਦੀ? ਤੇ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ, ਸਿੱਖੋ ਗੁਰਬਾਣੀ ਨੇ ਸਦਾ ਹੀ ਬੰਦੇ ਦਾ ਭਲਾ ਕਰਨਾ ਹੈ। ਬਾਣੀਆਂ ਦੇ ਵਿੱਚੋਂ ਸਭ ਤੋਂ ਉੱਤਮ ਜਿਹੜੀ ਬਾਣੀ ਹੈ ਉਹ ਗੁਰੂ ਜੀ ਦੀ ਬਾਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਾਣੀਆਂ ਵਿੱਚੋਂ ਸਭ ਤੋਂ ਉੱਤਮ ਬਾਣੀ ਗੁਰੂ ਜੀ ਦੀ ਬਾਣੀ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਆਵਹੁ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿੰਨੀਆਂ ਬਾਣੀਆਂ ਹਨ ਉਹਨਾਂ ਸਾਰਿਆਂ ਨਾਲੋਂ ਸ਼੍ਰੋਮਣੀ ਬਾਣੀ ਗੁਰੂ ਜੀ ਦੀ ਬਾਣੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਗੁਰਸਿੱਖੋ ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹਨੀ ਹੈ। ਕਿਉਂ? ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਦੀ ਵਡਿਆਈ ਕੀਤੀ ਹੋਈ ਹੈ। ਬਹੁਤ ਸਾਰੇ ਸਿੱਖੀ ਦੇ ਪ੍ਰਸੰਗ ਲਿਖੇ ਹੋਏ ਹਨ। ਭਾਈ ਗੁਰਦਾਸ ਜੀ ਦੁਆਰਾ ਉਚਾਰਨ ਬਾਣੀ ਦੀਆਂ ਬਹੁਤ ਸਾਰੀਆਂ ਪੰਕਤੀਆਂ ਸਾਧ ਸੰਗਤ ਜੀ ਗੁਰਸਿੱਖਾਂ ਦੇ ਮੁਖ ਉੱਤੇ ਵਸੀਆਂ ਹੋਈਆਂ ਹਨ। ਜਿਵੇਂ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਇਹ ਬਾਣੀ ਭਾਈ ਗੁਰਦਾਸ ਜੀ ਦੀ ਹੈ। ਹੋਰ ਬੇਅੰਤ ਸ਼ਬਦ ਭਾਈ ਗੁਰਦਾਸ ਜੀ ਦੇ ਹਨ। ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਭਾਈ ਗੁਰਦਾਸ ਜੀ ਕਹਿੰਦੇ, ਸਿੱਖੋ ਜਿੱਥੇ ਮੇਰੇ ਬਾਬੇ ਮੇਰੇ ਸਤਿਗੁਰੂ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਰੱਖ ਦਿੱਤੇ, ਉਹ ਥਾਂ ਪੂਜਨੀਕ ਬਣ ਗਈ ਹੈ। ਉਸ ਜਗ੍ਹਾ ਦੀ ਪੂਜਾ ਹੋਣ ਲੱਗ ਪਈ ਹੈ। ਸੋ ਮਹਾਰਾਜ ਨੇ ਆਖਿਆ ਵੀ ਭਾਈ ਗੁਰਦਾਸ ਜੀ ਦੀ ਵੀ ਬਾਣੀ ਪੜ੍ਹਨੀ ਹੈ। ਕੁਝ ਸਮਾਂ ਮਹਾਰਾਜ ਸ਼ਾਂਤ ਰਹੇ। ਫਿਰ ਮਹਾਰਾਜ ਨੇ ਬਚਨ ਕੀਤਾ, ਭਾਈ ਹੁਣ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਇਹਨਾਂ ਸਾਰਿਆਂ ਦੀ ਬਾਣੀ ਇਕੱਠੀ ਇੱਕ ਗ੍ਰੰਥ 'ਚ ਲਿਖ ਦੇਣੀ। ਕਹਿਣ ਲੱਗੇ ਕਿਸੇ ਨੂੰ ਭੁਲੇਖਾ ਹੀ ਨਾ ਪਵੇ ਜੀ। ਪਹਿਲੇ 3 ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਹ ਸਾਧ ਸੰਗਤ ਜੀ ਪੋਥੀਆਂ ਜਿਹੜੀਆਂ ਨੇ ਉਹ ਬਾਬਾ ਮੋਹਨ ਜੀ ਦੇ ਕੋਲ ਪਈਆਂ ਹੋਈਆਂ ਹਨ। ਮਹਾਰਾਜ ਨੇ ਇਹ ਜਦੋਂ ਗੱਲ ਕੀਤੀ, ਭਾਈ ਗੁਰਦਾਸ ਜੀ ਲਾਗੇ ਕਹਿਣ ਲੱਗੇ, ਮਹਾਰਾਜ ਬਾਬਾ ਮੋਹਨ ਜੀ ਮੇਰੇ ਭਰਾ ਨੇ, ਮੈਂ ਉਹਨਾਂ ਕੋਲ ਪੋਥੀਆਂ ਲੈ ਆਉਣਾ। ਮਹਾਰਾਜ ਨੇ ਸੋਚਿਆ ਵੀ ਭਾਈ ਗੁਰਦਾਸ ਜੀ ਨੂੰ ਕਿਹਾ ਤੇ ਨਹੀਂ ਸੀ, ਪਰ ਭਾਈ ਗੁਰਦਾਸ ਜੀ ਆਪੇ ਹੀ ਬੋਲ ਬੈਠੇ ਨੇ, ਇਸ ਗੱਲ 'ਚ ਹਉਮੈ ਹੈਗੀ ਹੈ। ਜਦੋਂ ਮੈਂ ਇਹ ਗੱਲ ਪੜ੍ਹੀ ਤੇ ਪੜ੍ਹ ਕੇ ਸੋਚਿਆ ਵੀ ਬੰਦਾ ਜਾਏਗਾ ਕਿੱਥੇ ਜੀ, ਜਾਏਗਾ ਕਿੱਥੇ ਜੀ, ਬੰਦਾ ਭੁੱਲਣ ਆ ਰਿਹਾ ਜੀ। ਹਾਂਜੀ, ਇੱਥੇ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਰੋਜ਼ ਬੰਦਾ ਕਰਦਾ ਹੈ। ਭਾਈ ਗੁਰਦਾਸ ਜੀ ਵਰਗੇ ਮਹਾਪੁਰਸ਼, ਰੱਬ ਦੇ ਪਿਆਰੇ ਸੰਤ ਭਗਤ, ਵੇਖ ਲਓ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਉਹਨਾਂ ਕੋਲੋਂ ਵੀ ਭੁੱਲ ਹੋ ਗਈ ਹੈ। ਮਹਾਰਾਜ ਕਹਿੰਦੇ ਜਾਓ ਕੋਈ ਨਹੀਂ। ਭਾਈ ਗੁਰਦਾਸ ਜੀ ਗਏ, ਸਾਰੀ ਰਾਤ ਖਲੋਤੇ ਰਹੇ। ਬਾਬਾ ਮੋਹਨ ਜੀ ਮਸਤ ਸੁਭਾਅ ਦੇ ਮਾਲਕ, ਦਰਵਾਜ਼ਾ ਹੀ ਨਹੀਂ ਖੋਲਿਆ ਜੀ। ਫਿਰ ਕੀ ਹੋਇਆ ਜੀ? ਵਾਪਸ ਆਏ ਤੇ ਬਾਬਾ ਬੁੱਢਾ ਸਾਹਿਬ ਸੰਗਤ 'ਚ ਬੈਠੇ। ਬਾਬਾ ਬੁੱਢਾ ਜੀ ਨੂੰ ਪਤਾ ਲੱਗ ਗਿਆ ਵੀ ਪੋਥੀਆਂ ਉਦੋਂ ਹੀ ਮਿਲਦੀਆਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜਾਣਗੇ। ਪਰ ਭਾਈ ਗੁਰਦਾਸ ਜੀ ਦਾ ਵੀ ਮਾਣ ਰਹਿ ਜੇ, ਗੁਰੂ ਸਾਹਿਬ ਦੀ ਵਡਿਆਈ ਵੀ ਰਹਿ ਜੇ। ਬਾਬਾ ਬੁੱਢਾ ਸਾਹਿਬ ਨੇ ਫੁਰਨਾ ਬਣਾਇਆ ਵੀ ਇੱਕ ਵਾਰੀ ਮੈਂ ਵੀ ਗੇੜਾ ਲਾ ਆਉਂਦਾ ਹੈ, ਤਾਂ ਕਿ ਗੁਰੂ ਸਾਹਿਬ ਦੀ ਵਡਿਆਈ ਵੀ ਵਧੇ, ਭਾਈ ਗੁਰਦਾਸ ਜੀ ਦਾ ਵੀ ਮਾਣ ਰਹਿ ਜੇ ਜੀ। ਵੀ ਇੱਕ ਹੋਰ ਸਿੱਖ ਸੀ ਜਿਹਨੂੰ ਪੋਥੀਆਂ ਨਹੀਂ ਸੀ ਮਿਲੀਆਂ ਜੀ। ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਜਾਣਾ ਹੈ। ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਅੰਤਰਜਾਮੀ ਜਾਣ ਗਏ ਹੈ ਭਾਈ ਗੁਰਦਾਸ ਜੀ ਨੇ ਇਹ ਗੱਲ ਕਿਉਂ ਕਹੀ ਹੈ। ਫਿਰ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੇ ਇਹ ਗੱਲ ਕਿਉਂ ਕਹੀ ਹੈ, ਮਹਾਰਾਜ ਇਹ ਗੱਲ ਜਾਣ ਗਏ ਹੈ। ਪਰ ਮਹਾਰਾਜ ਪ੍ਰੇਮ ਨਾਲ ਕਹਿਣ ਲੱਗੇ, ਜਾਓ ਬਾਬਾ ਜੀ,
ਆਪ ਜੀ ਵੀ ਚਲੇ ਜਾਓ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਮਹਾਨ ਤੀਰਥ, ਸਿੱਖ ਪੰਥ ਦੇ ਪਹਿਲੇ ਤੀਰਥ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਰਹੇ ਹਨ। ਹੁਣ ਇਹਦੇ ਤੋਂ ਅੱਗੇ ਆਪ ਜੀ ਕਥਾ ਸਰਵਣ ਕਰੋ ਪਿਆਰ ਨਾਲ, ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰ ਇਸ਼ਨਾਨ ਜਲ ਬਾਵਲੀ ਹਰਖਿਓ ਮਨ ਮਾਹੀ। ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਕੀ ਕੀਤਾ ਹੈ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਾਉਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਹੈ ਜੀ। ਔਰ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ। ਜਦੋਂ ਇਹ ਬਾਉਲੀ ਸਾਹਿਬ ਦਾ ਨਿਰਮਾਣ ਹੋਇਆ ਸੀਗਾ, ਪਹਿਲਾ ਟਾਕੀ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਸੀਗਾ ਜੀ। ਬਹੁਤ ਮਹਾਨ ਹਸਤੀ ਨੇ ਬਾਬਾ ਬੁੱਢਾ ਸਾਹਿਬ। ਬਾਉਲੀ ਸਾਹਿਬ 'ਚ ਇਸ਼ਨਾਨ ਕੀਤਾ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਚੇਤੇ ਕੀਤਾ ਜੀ। ਹਾਂਜੀ, ਗਇਓ ਚੁਬਾਰੇ ਕੋ ਬਾਹਰ ਮੋਹਨ ਕੇ ਪਾਹੀ। ਤੇ ਫਿਰ ਜਿੱਥੇ ਬਾਬਾ ਮੋਹਨ ਜੀ ਰਹਿੰਦੇ ਆ ਉਸ ਚੁਬਾਰੇ ਵਾਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਗਏ ਆ। ਹਾਂਜੀ, ਭਿਰੇ ਕਪਾਟ ਬਿਲੋਕ ਕੈ ਪੁਨ ਊਚ ਉਚਾਰਾ। ਦਰਵਾਜ਼ਾ ਕੀ ਹੈ? ਬੰਦ ਹੈ ਜੀ। ਬੰਦ ਦਰਵਾਜ਼ੇ ਨੂੰ ਦੇਖ ਕੇ ਬਾਬਾ ਬੁੱਢਾ ਸਾਹਿਬ ਬਾਹਰ ਖਲੋਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੇ। ਕਮਾਲ ਦੀ ਗੱਲ, ਬਾਬਾ ਜੀ ਨੂੰ ਪਤਾ ਵੀ ਹੈ ਵੀ ਦਰਵਾਜ਼ਾ ਨਹੀਂ ਖੁੱਲਣਾ ਜੀ, ਪਰ ਗੁਰੂ ਅਰਜਨ ਸਾਹਿਬ ਜੀ ਦੀ ਵਡਿਆਈ ਵਾਸਤੇ ਬਾਬਾ ਬੁੱਢਾ ਸਾਹਿਬ ਚੱਲ ਕੇ ਆਏ। ਵੇਖੋ ਇੰਨੀ ਦੂਰ। ਹਾਂਜੀ, ਗੁਰੂ ਅਮਰ ਕੇ ਸੁਤ ਬੜੇ ਦਿਓ ਦਰਸ ਉਦਾਰਾ। ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਉਮਰ ਉਸ ਸਮੇਂ ਘੱਟੋ ਘੱਟ ਨਹੀਂ 93-94 ਸਾਲ ਹੈਗੀ ਹੈ ਜੀ। ਬਾਬਾ ਜੀ ਉਸ ਦਰਵਾਜ਼ੇ ਦੇ ਅੱਗੇ ਖਲੋ ਕੇ ਆਵਾਜ਼ਾਂ ਦੇਣ ਲੱਗੇ, ਹੇ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ, ਦਰਵਾਜ਼ਾ ਖੋਲੋ। ਹਾਂਜੀ, ਸ਼੍ਰੀ ਅਰਜਨ ਭੇਜਿਓ ਮੁਝੇ ਬੁੱਢਾ ਮਮ ਨਾਮੂ। ਤੇ ਧੰਨ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਨਿਮਰਤਾ। ਕਹਿਣ ਲੱਗੇ ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ। ਤੇ ਬਾਬਾ ਜੀ ਨੇ ਇਹ ਨਹੀਂ ਕਿਹਾ ਵੀ ਮੈਂ ਬਾਬਾ ਬੁੱਢਾ ਆ। ਕਹਿਣ ਲੱਗੇ ਮੈਂ ਬੁੱਢਾ ਖਲੋਤਾ ਬਾਹਰ। ਗੱਜ ਕੇ ਆਖੋ ਵਾਹਿਗੁਰੂ। ਇਹ ਆਪਣੇ ਨਾਮ ਨਾਲ ਬਾਬਾ ਸ਼ਬਦ ਨਹੀਂ ਸੀ ਲਾਉਂਦੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬੁੱਢਾ ਮਮ ਨਾਮੂ, ਕਹਿਣ ਲੱਗੇ ਮੇਰਾ ਨਾਮ ਬੁੱਢਾ ਹੈ। ਹਾਂਜੀ, ਕਿਰਪਾ ਕਰੋ ਸੁਨ ਲੂਜੀਏ ਕੀ ਜੈ ਪੁਨ ਕਾਮੂ। ਕਿਰਪਾ ਕਰੋ ਮੇਰੀ ਆਵਾਜ਼ ਸੁਣੋ ਤੇ ਦਰਵਾਜ਼ਾ ਖੋਲੋ। ਕਹਿਣ ਲੱਗੇ ਹਾਂਜੀ, ਰਹਿਓ ਪੁਕਾਰ ਨਾ ਸੁਨਿਓ ਕਿਛ ਨਾ ਕੀ ਵਾਰ ਉਗਾਰਿਓ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਪੁਕਾਰ ਕਰਦੇ ਰਹੇ, ਪਰ ਬਾਬਾ ਮੋਹਨ ਜੀ ਨੇ ਸੁਣੀ ਨਹੀਂ ਜੀ ਕੋਈ ਗੱਲ ਜੀ। ਨਾ ਹੀ ਦਰਵਾਜ਼ਾ ਖੋਲਿਆ ਬਾਬਾ ਜੀ ਨੇ। ਹਾਂਜੀ, ਨਹਿ ਬੋਲਿਓ ਕਿਸ ਭਾਂਤ ਕਰ ਭਾਈ ਪਚਹਾਰਿਓ। ਗੱਜ ਕੇ ਆਖੋ, ਮਤਲਬ ਦਰਵਾਜ਼ਾ ਖੋਲਣ ਦੀ ਤੇ ਗੱਲ ਛੱਡੋ, ਅੰਦਰੋਂ ਬੋਲੇ ਹੀ ਨਹੀਂ ਜੀ ਬਾਬਾ ਮੋਹਨ ਜੀ। ਬਾਬਾ ਬੁੱਢਾ ਸਾਹਿਬ ਬਹੁਤ ਲੰਮਾ ਸਮਾਂ ਖਲੋਤੇ ਰਹੇ, ਆਵਾਜ਼ਾਂ ਮਾਰਦੇ ਰਹੇ। ਹਾਂਜੀ, ਕਰ ਸੋ ਦੋਹੂ ਕਪਾਟ ਕੋ ਖਰਕਾਵਨ ਕੀਨੋ। ਫਿਰ ਪਤਾ ਕੀ ਕੀਤਾ ਜੀ ਬਾਬਾ ਜੀ ਨੇ? ਦਰਵਾਜ਼ਾ ਵੀ ਖੜਕਾਇਆ ਜੀ। ਹਾਂਜੀ, ਜੋਰ ਲਾਏ ਜੋ ਹਨ ਕਰੇ ਬਹੁਤ ਦ੍ਰਿੜ ਕਰ ਦੀਨੋ। ਗੱਜ ਕੇ ਆਖੋ, ਜ਼ੋਰ ਲਾ ਕੇ ਵੀ ਵੇਖਿਆ ਪਰ ਦਰਵਾਜ਼ਾ ਪੱਕਿਆ ਬੰਦ ਸੀਗਾ ਜੀ। ਅੰਦਰੋਂ ਕੁੰਡਾ ਲੱਗਾ ਹੋਇਆ ਸੀਗਾ ਜੀ। ਪਹਿਲੇ ਦਰਵਾਜ਼ੇ ਵੀ ਜਿਹੜੇ ਸਨ ਨਾ ਜੀ, ਉਹ ਦਰਵਾਜ਼ੇ ਸਨ ਜੀ। ਹੁਣ ਤੇ ਦਰਵਾਜ਼ੇ ਹੈ ਹੀ ਨਹੀਂ ਜੀ। ਹਾਂਜੀ, ਜਤਨ ਰਹਿਓ ਕਰ ਖੁੱਲੇ ਨਹਿ ਅੰਤਰ ਨਹਿ ਬੋਲਾ। ਬਾਬਾ ਜੀ ਨੇ ਬੜਾ ਯਤਨ ਕੀਤਾ, ਬਾਬਾ ਮੋਹਨ ਜੀ ਬੋਲੇ ਨਹੀਂ ਜੀ। ਕਮਾਲ ਦੀ ਗੱਲ, ਅੰਤਰਜਾਮੀ ਨੇ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਜੀ ਨੂੰ ਸਾਰੀ ਗੱਲ ਦਾ ਪਤਾ ਹੈ। ਪਤਾ ਹੋਣ ਦੇ ਬਾਵਜੂਦ ਵੀ ਆਪਣਾ ਫਰਜ਼ ਨਿਭਾ ਰਹੇ ਨੇ ਜੀ। ਹਾਂਜੀ, ਬੁੱਢਾ ਹਿਰਦੈ ਵਿਚਾਰ ਤੋ ਕਿਮਲੇ ਦਰ ਖੋਲਾ। ਗੱਜ ਕੇ ਆਖੋ, ਤੇ ਬਾਬਾ ਬੁੱਢਾ ਸਾਹਿਬ ਜੀ ਵਿਚਾਰ ਕਰਦੇ ਆ, ਕਿਉਂਕਿ ਕਰਮ ਸਾਰੇ ਸਿੱਖਾਂ ਵਾਲੇ ਕੀਤੇ ਬਾਬਾ ਜੀ ਨੇ ਜੀ। ਕਿਵੇਂ ਦਰਵਾਜ਼ਾ ਖੋਲਣ ਬਾਬਾ ਮੋਹਨ ਜੀ?
ਹਾਂਜੀ ਬਲ ਤੇ ਚੂੰਠੀ ਖੈਂਚ ਕੇ ਬਹੁ ਬਾਰ ਹਿਲਾਈ। ਹਾਂਜੀ ਇਹ ਤੁਤ ਕਰ ਕੈ ਜ਼ੋਰ ਤੇ ਬਾਹਰ ਨਿਕਸਾਈ। ਗੱਜ ਕੇ ਆਖੋ। ਤੇ ਫਿਰ ਨਾ ਜੀ ਕਮਾਲ ਦੀ ਗੱਲ ਹੈ, ਵੇਖੋ ਕਥਾ ਸੁਣਦੇ ਆ ਕਿੱਡੇ ਕਿੱਡੇ ਵਧੀਆ ਬਚਨ ਵੀ ਆ ਜਾਂਦੇ। 94 ਕੁ ਸਾਲ ਦੀ ਬਾਬਾ ਜੀ ਦੀ ਉਮਰ ਹੈਗੀ, ਪਰ ਜ਼ੋਰ ਪੂਰਾ ਬਾਬਾ ਜੀ ਦੇ ਵਿੱਚ ਜੀ। ਹਾਂਜੀ ਉਹ ਬਜ਼ੁਰਗਾਂ ਵਾਲੀ ਗੱਲ ਨਹੀਂ ਹੈਗੀ, ਨਾਮ ਹੀ ਬਾਬਾ ਬੁੱਢਾ ਹੈ, ਗੱਲ ਨਹੀਂ ਹੈਗੀ। ਗੁਰਮੁਖ ਬੁੱਢੇ ਕਦੇ ਨਾ ਹੈ, ਜਿਨ੍ਹਾਂ ਅੰਤਰ ਸੁਰਤ ਗਿਆਨ ਜ਼ੋਰ ਨਾਲ ਕਹਿਣ ਲੱਗੇ ਆ ਝੂਠੀ ਖਿੱਚ ਕੇ ਬਹੁਤ ਵਾਰ ਬਾਬਾ ਜੀ ਨੇ ਹਿਲਾਈ ਜੀ ਵਿੱਚੋਂ, ਬੜਾ ਜ਼ੋਰ ਲਾਇਆ ਜੀ ਬਾਬਾ ਜੀ ਨੇ ਜੀ। ਹਾਂਜੀ ਈਂਟਾਂ ਕੁਸ਼ਕ ਉਖਾਰ ਕੇ ਲਿਏ ਖੋਲ ਕੇ ਵਾਰਾ। ਤੇ ਲਾਗੋਂ ਇੱਟਾਂ ਕਰਕੇ ਨਾ ਜੀ, ਇੱਟਾਂ ਪੁੱਟ ਕੇ ਤੇ ਅੰਦਰ ਹੱਥ ਪਾ ਕੇ ਤੇ ਕੁੰਡੀ ਖੋਲ ਲਈ ਬਾਬਾ ਜੀ ਨੇ ਜੀ। ਹਾਂਜੀ ਕਿੱਡਾ ਬਲ ਹੋਏਗਾ ਬਾਬਾ ਬੁੱਢਾ ਸਾਹਿਬ ਵਿੱਚ ਜੀ। ਹਾਂਜੀ ਅੰਤਰ ਜਾਏ ਪ੍ਰਵੇਸ਼ਿਓ ਬਿਨ ਸ਼ੰਕ ਉਦਾਰਾ। ਅੰਦਰ ਜਾ ਕੇ ਬਾਬਾ ਜੀ ਨੇ ਵੇਖਿਆ ਜੀ, ਦਰਵਾਜ਼ਾ ਖੋਲ ਲਿਆ, ਬਾਬਾ ਜੀ ਅੰਦਰ ਗਏ ਤੇ ਅੰਦਰ ਜਾ ਕੇ ਕੀ ਦੇਖਦੇ ਐ? ਸ਼੍ਰੀ ਮੋਹਨ ਬੈਠੇ ਜਹਾਂ ਪਦਮਾਸਨ ਧਾਰੀ। ਐ ਚੌਂਕੜਾ ਮਾਰਿਆ ਹੋਇਆ ਜੀ, ਪਦਮ ਆਸਣ ਜੀ। ਚੌਂਕੜਾ ਜਦੋਂ ਮਾਰੀਏ ਦੋਵੇਂ ਪੈਰਾਂ ਦੀਆਂ ਤਲੀਆਂ ਤਾਂ ਨੂੰ ਹੋਣ ਨਾ ਜੀ, ਉਹਨੂੰ ਕਹਿੰਦੇ ਪਦਮ ਆਸਣ ਜੀ। ਪਦਮ ਆਸਣ ਬਾਬਾ ਜੀ ਨੇ ਲਾਇਆ, ਬਾਬਾ ਮੋਹਨ ਜੀ ਨੇ। ਨੇਤਰ ਬੰਦ ਨੇ ਜੀ ਬਾਬਾ ਮੋਹਨ ਜੀ ਦੇ, ਕੋਈ ਨਹੀਂ ਪਤਾ ਵੀ ਲਾਗੇ ਦਰਵਾਜ਼ਾ ਖੁੱਲਾ। ਸੰਗਤ ਜੀ ਧਿਆਨ ਬੜੀ ਵੱਡੀ ਖੇਡ ਹੈ ਜੀ, ਬਾਬਾ ਮੋਹਨ ਜੀ ਦਾ ਧਿਆਨ ਬੜਾ ਪੱਕਾ ਹੈ ਜੀ। ਹਾਂਜੀ ਲੱਗੀ ਸਮਾਧ ਅਖੰਡ ਰਸ ਨਹਿ ਦੇਹ ਸੰਭਾਰੀ। ਕਹਿਣ ਲੱਗੇ ਸਮਾਧੀ ਲੱਗੀ ਹੈ, ਅਖੰਡ ਸਮਾਧੀ ਲੱਗੀ ਹੈ, ਸਰੀਰ ਦੀ ਵੀ ਸੋਝੀ ਨਹੀਂ ਹੈਗੀ ਬਾਬਾ ਮੋਹਨ ਜੀ ਨੂੰ। ਹਾਂਜੀ ਕਾਸ਼ਟ ਕੇਰ ਸਮਾਨ ਦ੍ਰਿੜ ਰਿਜ ਹਵੈ ਕਰ ਬੈਸਾ। ਕਹਿਣ ਲੱਗੇ ਜਿਵੇਂ ਲੱਕੜ ਐ ਸਥਿਤ ਹੁੰਦੀ ਹੈ ਨਾ, ਇਸ ਤਰ੍ਹਾਂ ਬਾਬਾ ਮੋਹਨ ਜੀ ਬੈਠੇ ਲਾਗੇ, ਪਤਾ ਹੀ ਨਹੀਂ ਕੀ ਹੋ ਰਿਹਾ ਜੀ। ਮੈਂ ਆਪਣੇ ਸਮੇਤ ਗੱਲ ਕਰਦਾ, ਕੀਰਤਨ ਸੁਣਨ ਵਾਸਤੇ ਬੈਠੀਏ, ਕਥਾ ਸੁਣਨ ਵਾਸਤੇ ਬੈਠੀਏ, ਕਿੰਨੇ ਪਾਸੇ ਧਿਆਨ ਜਾਂਦਾ ਜੀ ਸਾਡਾ ਜੀ, ਕਿੰਨੇ ਪਾਸੇ ਜਾਂਦਾ ਜੀ। ਸੰਤ ਅਤਰ ਸਿੰਘ ਜੀ ਦੀਵਾਨ ਲਾਇਆ, ਬੈਠੇ ਦੀਵਾਨ ਲਾਇਆ ਜੀ, ਪਟਿਆਲੇ ਦੀਵਾਨ ਲਾਇਆ ਤੇ ਲਾਗੋ ਟ੍ਰੇਨ ਲੰਘੀ ਜੀ। ਹੁਣ ਉਹ ਸੁਰਤੀ ਬਿਰਤੀ ਵਾਲੇ ਨੇ ਜੀ, ਸਾਰੀਆਂ ਸੰਗਤਾਂ ਟ੍ਰੇਨ ਵੱਲ ਵੇਖਣ ਲੱਗ ਪਈਆਂ ਜੀ। ਜਦੋਂ ਸਾਰੇ ਟ੍ਰੇਨ ਵੱਲ ਵੇਖਣ ਲੱਗ ਪਏ ਨਾ, ਤੇ ਟ੍ਰੇਨ ਲੰਘ ਗਈ ਤੇ ਸੰਤ ਪੁੱਛਦੇ ਵੀ ਕਿੱਧਰ ਵੇਖਦੇ ਸੀ? ਕਹਿੰਦੇ ਮਹਾਂਪੁਰਖੋ ਰੇਲ ਗੱਡੀ ਵੱਲ ਵੇਖਦੇ ਸਾਂ। ਕਹਿਣ ਲੱਗੇ ਕੀਰਤਨ ਸੁਣ ਰਹੇ ਸੀ ਤੁਸੀਂ? 10ਵੇਂ ਪਾਤਸ਼ਾਹ ਦਾ ਬਚਨ ਸੁਣਾਇਆ ਵੀ ਜਦੋਂ ਕਥਾ ਤੇ ਕੀਰਤਨ ਸੁਣੋ, ਇੰਨੇ ਮਗਨ ਤੇ ਇੰਨੀ ਇਕਾਗਰਤਾ ਦੇ ਨਾਲ ਸੁਣੋ, ਕੰਨ ਦੇ ਲਾਗੋਂ ਸ਼ੂਕਦੀ ਹੋਈ ਗੋਲੀ ਵੀ ਲੰਘ ਜੇ ਤੇ ਤੁਹਾਨੂੰ ਪਤਾ ਹੀ ਨਾ ਲੱਗੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਕੰਨ ਦੇ ਲਾਗੋਂ ਸ਼ੂਕਦੀ ਹੋਈ ਗੋਲੀ ਲੰਘ ਜੇ, ਤੁਹਾਨੂੰ ਪਤਾ ਨਾ ਲੱਗੇ ਵੀ ਕਿਹੜੇ ਵੇਲੇ ਕੀ ਹੋ ਗਿਆ, ਤੁਸੀਂ ਮਗਨ ਇੰਨੇ ਹੋਵੋ। ਕਹਿਣ ਲੱਗੇ ਬੜੀ ਵੱਡੀ ਪੜ੍ਹਾਈ ਹੈ, ਕੋਈ ਛੋਟੀ ਹਸਤੀ ਨਹੀਂ ਹਨ ਬਾਬਾ ਮੋਹਨ ਜੀ। ਇਹ ਥੋੜੀ ਵੀ ਜਾਣ ਕੇ ਦਰਵਾਜ਼ਾ ਬੰਦ ਕੀਤਾ ਵੀ ਮੈਂ ਨਹੀਂ ਖੋਲਣਾ, ਨਹੀਂ। ਸਾਧ ਸੰਗਤ ਜੀ ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਹੋਈ ਹੈ। ਹਾਂਜੀ ਅਚਲ ਅੰਗ ਸਗਰੇ ਕਰੇ ਥਿਤ ਕਾਸ਼ਟ ਜੈਸਾ। ਕਹਿਣ ਲੱਗੇ ਲੱਕੜੀ ਵਾਂਗ ਦ੍ਰਿੜ ਹੋ ਕੇ ਬੈਠੇ ਆ, ਸਰੀਰ ਦੇ ਅੰਗ ਜਿਹੜੇ ਆ ਉਹ ਹਿੱਲ ਨਹੀਂ ਰਹੇ ਜੀ। ਲੱਕੜ ਰੱਖਤੀ ਜੀ, ਸਰੀਰ ਦੇ ਅੰਗ ਵੀ ਨਹੀਂ ਹਿੱਲ ਰਹੇ। ਕੀ ਕਿੱਥੇ ਗਿਆ ਹੋਏਗਾ ਧਿਆਨ, ਕਿੱਥੇ ਗਈ ਹੋਏਗੀ ਸੁਰਤ, ਇਹ ਤੇ ਉਹਨੂੰ ਹੀ ਪਤਾ ਹੈ ਜਿਹਦੀ ਸਮਾਧੀ ਲੱਗੀ ਹੈ ਜੀ। ਹਾਂਜੀ ਲਘੁ ਸਿਰ ਪਰ ਕੁਛ ਕੇਸ਼ ਹੈ ਚਹੁ ਦਿਸ਼ਨ ਬਖੇਰੇ। ਹਾਂ, ਸਿਰ ਉੱਤੇ ਥੋੜੇ ਕੇਸ ਨੇ, ਉਹ ਵੀ ਚਾਰੇ ਪਾਸੇ ਹੇਠਾਂ ਨੂੰ ਕੀਤੇ ਹੋਏ ਨੇ ਬਾਬਾ ਜੀ ਨੇ ਜੀ। ਹਾਂਜੀ ਸਦਾ ਰਹਿ ਜੋ ਨਗਨ ਹੀ ਮਨ ਮਸਤ ਬਡੇਰੇ। ਤੇ ਪਤਾ ਕੀ ਹੈ, ਬਹੁਤਾ ਸਮਾਂ ਬਾਬਾ ਮੋਹਨ ਜੀ ਨਗਨ ਹੀ ਰਹਿੰਦੇ ਸਨ ਜੀ। ਸਿਰਫ ਤੇੜ ਇੱਕ ਛੋਟਾ ਬਸਤਰ ਰੱਖਣਾ, ਉਸੇ ਤਰ੍ਹਾਂ ਹੀ ਸਮਾਧੀ ਲਾ ਕੇ ਰੱਖਣੀ ਬਾਬਾ ਮੋਹਨ ਜੀ ਨੇ ਜੀ। ਹਾਂਜੀ
ਬੁੱਢਾ ਬਿਸਮੈ ਹੋਏ ਰਹਿਓ ਅਵਲੋਕਨ ਕੀਨਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਮੋਹਨ ਜੀ ਦੇ ਦਰਸ਼ਨ ਕੀਤੇ ਜੀ। ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਨੇ। ਤੇ ਜਦੋਂ ਬਾਬਾ ਜੀ ਨੇ ਦਰਸ਼ਨ ਕੀਤੇ, ਪਿਤਾ ਦੀ ਝਲਕ ਤੇ ਵੱਜਣੀ ਸੀ ਪੁੱਤਰ ਵਿੱਚੋਂ ਦੀ। ਹਾਂਜੀ, ਇਉਂ ਮਹਿਸੂਸ ਹੋਇਆ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਹੋਣ ਕਹਿਣ ਲੱਗੇ। ਕਿਉਂ, ਪਿਤਾ ਤੇ ਤਾਂ ਚਿਹਰਾ ਜਾਂਦਾ ਹੀ ਹੈ। ਬਾਬਾ ਜੀ ਨੇ ਦਰਸ਼ਨ ਕੀਤੇ ਬਾਬਾ ਮੋਹਨ ਜੀ ਦੇ। ਹਾਂਜੀ, ਰਹਿਓ ਹਿਲਾਏ ਸਰੀਰ ਕੋ ਆਸਨ ਆਸੀਨਾ। ਤੇ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਵੇਖ ਕੇ ਬਹੁਤ ਹੈਰਾਨ ਹੋਏ ਆ ਕਿ ਆਪਣੇ ਆਸਣ ਤੇ ਬਾਬਾ ਮੋਹਨ ਜੀ ਬੈਠੇ, ਸਰੀਰ ਵੀ ਨਹੀਂ ਹਿਲਾ ਰਹੇ। ਹਾਂਜੀ, ਲੱਗੀ ਸਮਾਧ ਅਗਾਧ ਹੀ ਨਹਿ ਪਾਉਨ ਉਤਾਰਾ। ਹਾਂਜੀ, ਇਤ ਉਤਰ ਹੋ ਹਿਲਾਏ ਬਹੁ ਨਹਿ ਭਈ ਸੰਭਾਰਾ। ਗੱਜ ਕੇ ਆਖੋ, ਬਾਬਾ ਬੁੱਢਾ ਸਾਹਿਬ ਹੀ ਇਹ ਕੰਮ ਕਰ ਸਕਦੇ, ਕਿਤੇ ਤੁਸੀਂ ਨਾ ਕਰ ਬੈਠੇ ਹੋ ਇਹ ਕੰਮ। ਕਿਸੇ ਦੀ ਸਮਾਧੀ ਲੱਗੀ ਹੋਵੇ, ਬਾਬਾ ਜੀ ਨੇ ਗੋਡਿਆਂ ਤੋਂ ਫੜ ਕੇ ਹਿਲਾਇਆ ਵੀ, ਪਰ ਬਾਬਾ ਮੋਹਨ ਜੀ ਟਿਕੇ ਹੋਏ ਸਨ ਜੀ। ਹਾਂਜੀ, ਸ਼ਬਦ ਸੁਨਿਓ ਜਬ ਅਪਰਨੇ ਦਰ ਖੋਲਨ ਕੋਰਾ। ਉਹ ਜਦੋਂ ਲਾਗੇ ਹੋਰ ਵਿਅਕਤੀਆਂ ਨੂੰ ਪਤਾ ਲੱਗਾ ਨਾ ਵੀ ਦਰਵਾਜ਼ਾ ਖੁੱਲਾ, ਆਵਾਜ਼ ਆਈ ਹੈ। ਹਾਂਜੀ, ਸੁਧ ਦੀਨਸ ਤਿਹ ਮੋਹਰੀ ਆਇਓ ਤਿਸ ਬੇਰਾ। ਉਹਨਾਂ ਨੇ ਫਿਰ ਬਾਬਾ ਮੋਹਰੀ ਜੀ ਨੂੰ ਦੱਸਿਆ ਵੀ ਕਿਸੇ ਨੇ ਬਾਬਾ ਮੋਹਨ ਜੀ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਗਏ। ਡਰਦਾ ਨਹੀਂ ਸੀ ਕੋਈ ਅੰਦਰ ਜਾਂਦਾ, ਵੇਖਿਆ ਨਹੀਂ ਵੀ ਕੌਣ ਹੈ। ਹਾਂਜੀ, ਨਮੋ ਕਰਤ ਬੁੱਢਾ ਪਿਖਿਓ ਪਦ ਗਹਿਤ ਹਿਲਾਵੇ। ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਬਾਬਾ ਮੋਹਰੀ ਜੀ ਦੌੜ ਕੇ ਆਏ ਵੀ ਵੱਡਾ ਭਰਾ ਹੈ, ਵੇਖਾਂ ਕੌਣ ਆ ਗਿਆ। ਤੇ ਜਦੋਂ ਅੰਦਰ ਗਏ ਤੇ ਬਾਬਾ ਬੁੱਢਾ ਸਾਹਿਬ ਲਾਗੇ ਬੈਠੇ ਹੋਏ ਨੇ ਜੀ। ਹਾਂਜੀ, ਦੌਰਤ ਆਏ ਮੋਹਰੀ ਕਹਿਬਾਕ ਸੁਨਾਵੇ। ਹਾਂਜੀ, ਕਿਉਂ ਸ਼ੇਰਤ ਹੋ ਇਨਹੋਂ ਕੋ ਨਿਤ ਮਸਤ ਸੁਭਾਉ। ਬਾਬਾ ਮੋਹਰੀ ਜੀ ਨੇ ਹੱਥ ਜੋੜੇ ਬਾਬਾ ਜੀ ਨੂੰ, ਬਾਬਾ ਜੀ ਇਹਨਾਂ ਨੂੰ ਨਾ ਹਿਲਾਇਓ ਕਹਿਣ ਲੱਗੇ, ਇਹ ਮੇਰੇ ਵੱਡੇ ਭਰਾ ਮਸਤ ਸੁਭਾਅ ਦੇ ਮਾਲਕ ਨੇ। ਹਾਂਜੀ, ਬੜ ਲਗ ਨਹੀਂ ਵਿਚਾਰ ਤੋ ਨਹਿ ਦੇਖਹਿ ਕਾਉ। ਇਹ ਨਾ ਹੋਵੇ ਇਹਨਾਂ ਦੀ ਸਮਾਧੀ ਖੁੱਲ ਜੇ, ਤੇ ਫਿਰ ਜਦੋਂ ਇਹਨਾਂ ਦੀ ਸਮਾਧੀ ਖੁੱਲ ਜਾਂਦੀ ਹੈ ਨਾ, ਇਹ ਵੱਡਾ ਛੋਟਾ ਵੀ ਨਹੀਂ ਫਿਰ ਵੇਖਦੇ ਕਹਿਣ ਲੱਗੇ। ਤੇ ਬਾਬਾ ਜੀ ਤੁਸੀਂ ਤੇ ਪੂਜਨੀਕ ਹੋ, ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਉਹਨਾਂ ਦੀ ਸੰਗਤ ਕੀਤੀ ਹੈ। ਹਾਂਜੀ, ਕਰਨਾ ਪਰਸੋਂ ਅੰਗ ਇਨ ਨਹਿ ਨੈਣ ਉਗਾਰੇ। ਇਸ ਕਰਕੇ ਇਹਨਾਂ ਦੇ ਸਰੀਰ ਨੂੰ ਛੂਹੋ ਨਾ ਬਾਬਾ ਜੀ। ਬਾਬਾ ਜੀ ਡਰ ਆਉਂਦਾ ਤੁਹਾਨੂੰ ਕਹਿਣ ਲੱਗਿਆ, ਪਰ ਬੇਨਤੀ ਹੈ ਬਾਬਾ ਜੀ ਇਹਨਾਂ ਨੇ ਅੱਖਾਂ ਨਹੀਂ ਖੋਲਣੀਆਂ। ਹਾਂਜੀ, ਨਿਜ ਸੁਭਾਉ ਮੈਂ ਮਸਤ ਰਹਿ ਕਿਹ ਸੰਗ ਨਾ ਬੋਲੇ। ਇਹ ਆਪਣੇ ਸੁਭਾਅ 'ਚ ਮਸਤੀ ਰਹਿੰਦੇ ਆ, ਇਹਨਾਂ ਨੇ ਬੋਲਣਾ ਹੀ ਨਹੀਂ। ਹਾਂਜੀ, ਬੈਠਿਓ ਅੰਤਰ ਇਮਰ ਹੈ ਕਬ ਕਬ ਦਰ ਖੋਲੇ। ਬਾਬਾ ਜੀ ਜਦੋਂ ਇਹਨਾਂ ਦੀ ਮਰਜ਼ੀ ਹੁੰਦੀ ਉਦੋਂ ਹੀ ਇਹ ਦਰਵਾਜ਼ਾ ਖੋਲਦੇ ਆ, ਉਂਝ ਨਹੀਂ ਇਹ ਦਰਵਾਜ਼ਾ ਖੋਲਦੇ। ਹਾਂਜੀ, ਜੁਗ ਹਾਥਨ ਭੋਜਨ ਕਰੈ ਜਬ ਤਜੈ ਸਮਾਧਾ। ਤੇ ਬਾਬਾ ਜੀ ਤੁਹਾਨੂੰ ਹੋਰ ਗੱਲ ਦੱਸੀਏ, ਇਹ ਕੌਣ ਕਹਿ ਰਿਹਾ ਭਲਾ? ਬਾਬਾ ਮੋਹਰੀ ਜੀ ਕਹਿ ਰਹੇ ਜੀ। ਕਹਿੰਦੇ ਬਾਬਾ ਜੀ ਜਦੋਂ ਇਹਨਾਂ ਦੀ ਸਮਾਧੀ ਖੁੱਲ ਜਾਏ ਨਾ, ਫਿਰ ਦੋਵਾਂ ਹੱਥਾਂ ਨਾਲ ਹੀ ਭੋਜਨ ਛਕਦੇ ਕਹਿਣ ਲੱਗੇ। ਤੇ ਪਤਾ ਕੋਈ ਨਹੀਂ ਕਦੋਂ ਸਮਾਧੀ ਖੁੱਲੇ। ਇਹ ਗੱਪਾਂ ਨਹੀਂ ਹੈਗੀਆਂ ਸਾਧ ਸੰਗਤ ਜੀ, ਇਹ ਗੱਲਾਂ ਸੱਚੀਆਂ ਨੇ। ਹਰਿਆਣੇ ਦਾ ਲਾਸਟ ਵਾਲਾ ਪਿੰਡ ਹੈ ਤੇ ਗੁਰਮੁਖ ਉੱਥੇ ਗਏ, ਉੱਥੇ ਭਾਈ ਸਾਹਿਬ ਸਿੰਘ ਰਹਿੰਦੇ ਨੇ ਜੀ। ਸ਼ਾਇਦ ਹੁਣ ਉਹ ਸਰੀਰ ਕਰਕੇ ਹੋਣ, ਜਾਂ ਹੋ ਸਕਦਾ ਸਰੀਰ ਤਿਆਗ ਗਏ ਹੋਣ। ਕਿਸੇ ਸਮੇਂ ਉਹ ਸਾਧ ਸੰਗਤ ਜੀ ਲੀਡਰ ਸਨ ਜੀ, ਤੇ ਕਿਸੇ ਮਹਾਂਪੁਰਖਾਂ ਦੇ ਸਾਹਮਣੇ ਟੱਕਰੇ ਹੋ ਗਏ, ਬੰਦੂਕ ਫੜੀ ਸੀ, ਸ਼ਿਕਾਰ ਖੇਡਣ ਜਾ ਰਹੇ ਸੀ। ਉਹ ਕਹਿੰਦੇ ਓਏ ਜ਼ਿੰਦਗੀ ਨਾਮ ਜਪਣ ਨੂੰ ਮਿਲੀ ਹੈ। ਕੋਈ ਕਥਾ ਵਾਰਤਾ ਤਾਂ ਨਹੀਂ ਨਾ ਕੀਤੀ ਉਹਨਾਂ, ਤੇ ਬਸ ਫਿਰ ਉਹਨਾਂ ਸੁਣ ਲਿਆ ਵੀ ਜ਼ਿੰਦਗੀ ਨਾਮ ਜਪਣ ਨੂੰ ਮਿਲੀ ਹੈ। ਇਸ ਗੱਲ ਨੇ ਉਹਨਾਂ ਤੇ ਇੰਨਾ ਜ਼ਿਆਦਾ ਅਸਰ ਕੀਤਾ, ਉਹ ਸਾਹਿਬ ਸਿੰਘ 24 ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਕਰਨ ਲੱਗ ਪਏ ਜੀ। ਹਾਂਜੀ,
24 ਪਾਠ ਜੀ। ਉਹਨਾਂ ਦੇ ਘਰ ਗੁਰਮੁਖ ਮਿਲਣ ਗਏ ਤੇ ਘਰ ਵਾਲੀ ਬੀਬੀ ਉਹ ਕਹਿਣ ਲੱਗੀ, ਸਵੇਰ ਦੇ ਬੈਠੇ ਚੌਂਕੜਾ ਮਾਰ ਕੇ। ਇਹ ਸੱਚੀਆਂ ਗੱਲਾਂ ਨੇ। ਸਵੇਰ ਦੇ ਚੌਂਕੜਾ ਮਾਰ ਕੇ ਬੈਠੇ ਆ, ਸਾਡੀ ਹਿੰਮਤ ਨਹੀਂ ਹੈਗੀ ਉਹਨਾਂ ਨੂੰ ਉਠਾਉਣ ਦੀ। ਤੁਸੀਂ ਬਹਿ ਜਾਓ, ਜੇ ਕਾਹਲੀ ਹੈ ਤੇ ਚਲੇ ਜਾਓ, ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਉੱਠਣਗੇ। ਸ਼ਾਮ ਨੂੰ ਉੱਠੇ ਜੀ, ਉਹ ਪ੍ਰਸ਼ਾਦਾ ਪਾਣੀ ਸਿੰਘਾਂ ਨੂੰ ਛਕਾਇਆ, ਆਸਣ ਲਾ ਤੇ ਸਾਰੀ ਰਾਤ ਫਿਰ ਪਾਠ ਕਰੀ ਗਏ ਜੀ, ਚੌਂਕੜਾ ਮਾਰ ਕੇ ਜੀ। ਸਰੀਰ ਨਹੀਂ ਸੀ ਹਿਲਦਾ ਉਹਨਾਂ ਦਾ ਜੀ। ਜਿਨ੍ਹਾਂ ਤੇ ਮਿਹਰ ਹੋ ਜਾਂਦੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਮੋਹਰੀ ਜੀ ਕਹਿੰਦੇ, ਬਾਬਾ ਜੀ, ਬਾਬਾ ਬੁੱਢਾ ਸਾਹਿਬ ਜਦੋਂ ਇਹਨਾਂ ਨੇ ਉੱਠਣਾ, 2 ਹੱਥਾਂ ਨਾਲ ਪ੍ਰਸ਼ਾਦਾ ਛਕਣਾ ਫਿਰ। ਹਾਂਜੀ। ਨਾਹੇ ਤਾਂ ਬੈਠਾ ਇਸੀ ਬਿਦ ਅਨਗਾਧ ਅਗਾਧਾ। ਇਹਨਾਂ ਦੇ ਨਾਂ ਤੇ ਸਾਨੂੰ ਬੈਠਣ ਦਾ ਹੀ ਪਤਾ ਤੇ ਨਾ ਉੱਠਣ ਦਾ ਪਤਾ। ਕਿਹੜੇ ਵੇਲੇ ਉੱਠਣਾ, ਕਿਹੜੇ ਵੇਲੇ ਬੈਠਣਾ, ਸਾਨੂੰ ਕੁਝ ਨਹੀਂ ਪਤਾ ਇਹਨਾਂ ਦਾ ਜੀ। ਸੰਗਤ ਜੀ, ਕਿਤੇ ਐਵੇਂ ਬਾਬਾ ਮੋਹਨ ਜੀ ਨੂੰ ਛੋਟੀ ਮੋਟੀ ਹਸਤੀ ਨਾ ਸਮਝ ਬੈਠੇ ਹੋ ਜੀ। ਅਸੀਂ ਤੇ 5 ਮਿੰਟ ਅੱਖਾਂ ਬੰਦ ਕਰਕੇ ਸਾਵਧਾਨ ਹੋ ਕੇ ਨਹੀਂ ਬੈਠ ਸਕਦੇ ਜੀ। 5 ਮਿੰਟ ਵੀ ਇੰਜ ਨਹੀਂ ਬਹਿ ਸਕਦੇ ਜੀ। ਹਾਂਜੀ। ਸੁਨ ਬੁੱਢਾ ਤਿਸ ਦਿਸ਼ਾ ਕੋ ਬੰਧਨ ਪੁਨ ਕੀਨੀ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਸਾਹਿਬ ਨੇ ਜਦੋਂ ਫਿਰ ਬਾਬਾ ਮੋਹਨ ਜੀ ਨੂੰ ਦੇਖਿਆ, ਸੁਣਿਆ, ਤੇ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਜੀ ਬਾਬਾ ਮੋਹਨ ਜੀ ਨੂੰ ਜੀ। ਧੰਨ ਹੈ ਬਾਬਾ ਮੋਹਨ ਜੀ। ਹਾਂਜੀ। ਨਮੋ ਮੋਹਰੀ ਕੋ ਕਰੀ ਮਹਿਮਾ ਬੜ ਚੀਨੀ। ਤੇ ਗੁਰੂ ਅਮਰਦਾਸ ਜੀ ਦਾ ਪੁੱਤਰ ਜਾਣ ਕੇ ਬਾਬਾ ਮੋਹਰੀ ਜੀ ਨੂੰ ਵੀ ਨਮਸਕਾਰ ਕੀਤੀ ਜੀ। ਹਾਂਜੀ। ਗੁਰਬਾਣੀ ਹਾਥ ਨਾ ਲਗ ਹੈ ਔਰ ਬਿਖੈ ਵਿਚਾਰਾ। ਬਾਬਾ ਜੀ ਨੂੰ ਤੇ ਪਹਿਲਾਂ ਹੀ ਪਤਾ ਜੀ ਵੀ ਬਾਣੀ ਮੇਰੇ ਹੱਥ ਨਹੀਂ ਆਉਣੀ, ਇਹ ਗੁਰੂ ਸਾਹਿਬ ਹੀ ਆਉਣਗੇ। ਚੱਲਿਓ ਸੁਧਾਸਰ ਕੋ ਬਾਹਰ ਗੁਰ ਕੇ ਦਰਬਾਰ। ਤੇ ਬਾਬਾ ਜੀ ਫਿਰ ਨਾ ਜੀ ਸੁਧਾਸਰ ਭਾਵ ਅੰਮ੍ਰਿਤਸਰ ਨੂੰ ਤੁਰ ਪਏ ਜੀ। ਹਾਂਜੀ। ਸ਼੍ਰੀ ਅਰਜਨ ਸੋ ਮਿਲਿਓ ਤਬ ਬੰਧਨ ਠਾਨੀ। ਬਾਬਾ ਜੀ ਆਏ ਜਿੱਥੇ ਸਮਰੱਥ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਆ। ਬਾਬਾ ਜੀ ਨੇ ਆ ਕੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਜੀ ਨੂੰ ਜੀ। ਹਾਂਜੀ। ਕਹੀ ਵਾਰਤਾ ਸਕਲ ਹੀ ਪਾਏ ਨਾ ਗੁਰਬਾਣੀ। ਤੇ ਸਾਰੀ ਗੱਲ ਦੱਸੀ ਮਹਾਰਾਜ। ਮੈਂ ਗਿਆ, ਦਰਵਾਜ਼ਾ ਵੀ ਖੋਲ ਲਿਆ ਤੇ ਸੱਚੇ ਪਾਤਸ਼ਾਹ ਬਾਬਾ ਮੋਹਨ ਜੀ ਬੈਠੇ ਹੋਏ ਸਨ। ਸਮਾਧੀ ਨਹੀਂ ਖੋਲੀ ਉਹਨਾਂ ਨੇ ਤੇ ਪੋਥੀਆਂ ਮੈਨੂੰ ਨਹੀਂ ਮਿਲੀਆਂ। ਕਮਾਲ ਦੀ ਗੱਲ ਹੈ, ਸਾਰੀ ਗੱਲ ਦਾ ਪਤਾ ਹੈ, ਪਰ ਫਿਰ ਵੀ ਬਾਬਾ ਜੀ ਨੇ ਫਰਜ਼ ਨਿਭਾਇਆ ਜੀ ਆਪਣਾ ਜੀ। ਬੰਦੇ 'ਚ ਥੋੜ੍ਹੀ ਬਹੁਤੀ ਅੰਤਰਯਾਮਤਾ ਆਉਣ ਲੱਗ ਪਏ ਨਾ, ਉਹ ਲੋਕਾਂ ਨੂੰ ਦੱਸਦਾ ਜੀ ਮੈਨੂੰ ਤੇ ਪਹਿਲਾਂ ਹੀ ਪਤਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਸੁਣਿਆ ਹੋਣਾ ਕਈ ਬੰਦਿਆਂ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਮੈਨੂੰ ਤੇ ਪਹਿਲਾਂ ਹੀ ਪਤਾ ਸੀਗਾ, ਪਰ ਬਾਬਾ ਜੀ ਨੇ ਇਹੋ ਜਿਹੀ ਗੱਲ ਨਹੀਂ ਕੀਤੀ ਕੋਈ ਵੀ। ਹਾਂਜੀ। ਨਹਿ ਸਮਾਧ ਤਿਸ ਕੀ ਖੁੱਲ ਹੈ ਜਾਚੈ ਕਿਸ ਪਾਸੀ। ਕਹਿਣ ਲੱਗੇ ਮਹਾਰਾਜ ਉਹਨਾਂ ਦੀ ਸਮਾਧੀ ਨਹੀਂ ਖੁੱਲੀ ਜੀ, ਤੇ ਪੋਥੀਆਂ ਕਿਹੜੇ ਕੋ ਮੰਗਦੇ। ਹਾਂਜੀ। ਕੋ ਦੇਵੈ ਸਭ ਪੋਥੀਆਂ ਕਿਸ ਕਰੈ ਹੁਲਾਸੀ। ਮਹਾਰਾਜ ਉਹਨਾਂ ਤੋਂ ਬਗੈਰ ਹੋਰ ਕੌਣ ਹੈ ਜਿਹੜਾ ਪੋਥੀਆਂ ਦਿੰਦਾ ਉੱਥੇ। ਹਾਂਜੀ। ਤੋਰ ਕੀ ਵਾਰ ਪਰਵੇਸ਼ਿਓ ਬਹੁ ਭਾਂਤ ਹਿਲਾਇਓ। ਮਹਾਰਾਜ ਮੈਂ ਤੇ ਦਰਵਾਜ਼ਾ ਤੋੜ ਕੇ ਲੰਘ ਗਿਆ ਸਾਂ ਅੰਦਰ। ਸੱਚੇ ਪਾਤਸ਼ਾਹ ਮੈਂ ਤੇ ਕਸਰ ਨਹੀਂ ਸੀ ਛੱਡੀ, ਹਿਲਾਇਆ ਵੀ ਜਾ ਕੇ ਉਹਨਾਂ ਨੂੰ। ਹਾਂਜੀ। ਧਿਆਨ ਖੁੱਲਿਓ ਨ ਤਿਸੀ ਕਹੋ ਮੈਂ ਹਟ ਕਰ ਆਇਓ। ਪਰ ਉਹਨਾਂ ਦਾ ਧਿਆਨ ਨਹੀਂ ਖੁੱਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਇੱਥੋਂ ਸੰਗਤ ਦੀ ਅੰਦਾਜ਼ਾ ਲਾਓ ਧਿਆਨ ਕਿੰਨਾ ਪੱਕਾ ਹੋਣਾ ਚਾਹੀਦਾ ਬੰਦੇ ਦਾ ਜੀ। ਹਾਂਜੀ। ਤੇ ਤੁਸੀਂ ਸੋਚੋ ਵੀ ਅਸੀਂ ਵੀ ਅੱਖਾਂ ਬੰਦ ਕਰਕੇ ਇੰਜ ਬਹਿ ਜਾਈਏ ਤੇ ਹਿਲਾਈਏ ਨਾ, ਸਾਨੂੰ ਤੇ ਨੀਂਦ ਆ ਜਾਏਗੀ ਜੀ। ਅੰਦਰ ਕੁਝ ਹੋਣਾ ਚਾਹੀਦਾ ਹੈ ਨਾ ਜੀ, ਅੰਦਰ ਕੁਝ ਹੋਏਗਾ ਤੇ ਗੱਲ ਬਣੇਗੀ ਨਾ ਜੀ। ਹਾਂਜੀ। ਦੋਹਰਾ ਸੁਨ ਬੁੱਢੇ ਕੇ ਬਚਨ ਕੋ ਮਿਲ ਹੈ ਨਾ ਖੁੱਲੇ ਧਿਆਨ। ਹਾਂਜੀ।
ਤਿਸ ਪਰ ਬਸ ਕੈਸੇ ਚੱਲ ਹੈ, ਕਹਿਓ ਸੁਨੈ ਕਹਿ ਕਾਨ। ਗੱਜ ਕੇ ਆਖੋ। ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀ ਦੀ ਸਾਰੀ ਗੱਲ ਸੁਣੀ ਹੈ ਕਿ ਬਾਬਾ ਮੋਹਨ ਜੀ ਕਿਸੇ ਦੀ ਗੱਲ ਨਹੀਂ ਸੁਣਦੇ, ਬਾਬਾ ਮੋਹਨ ਜੀ ਕਿਸੇ ਦੇ ਆਖਿਆ ਨੇਤਰ ਨਹੀਂ ਖੋਲਦੇ। ਹਾਂਜੀ। ਅੜਿਲ ਦਰ ਕੇ ਭੇਰ ਕਿਵਾਰ ਸਮਾਧ ਲਗਾਵਤੋ, ਹਾਂਜੀ। ਨਿਤ ਹੀ ਮਸਤ ਸੁਭਾਵ ਨਾ ਕੋਏ ਬੁਲਾਵਤੋ। ਹਾਂਜੀ। ਰਹਿ ਦੂਰ ਲਹਿ ਤਰਾਸ ਸਮੀਪ ਨਾ ਜਾਤ ਕੋ, ਹਵੈ ਕ੍ਰੋਧ ਉਚਤ ਸਰਾਪ ਸੋ ਚਹਿਤ ਇਕਾਂਤ ਕੋ। ਮਹਾਰਾਜ ਨੇ ਸਾਰੀ ਗੱਲ ਸੁਣੀ ਹੈ ਕਿ ਬਾਬਾ ਮੋਹਨ ਜੀ ਕਬਾੜ ਬੰਦ ਰੱਖਦੇ ਹੈ, ਬਾਬਾ ਮੋਹਨ ਜੀ ਨੇਤਰ ਬੰਦ ਰੱਖਦੇ ਹੈ। ਕੋਈ ਵੀ ਉਹਨਾਂ ਦੇ ਨੇੜੇ ਡਰਦਿਆਂ ਨਹੀਂ ਜਾਂਦਾ ਕਿ ਬਾਬਾ ਮੋਹਨ ਜੀ ਸਾਨੂੰ ਸਰਾਪ ਨਾ ਦੇ ਦੇਣ। ਹਾਂਜੀ। ਹਮਰੇ ਪਿਤ ਕੇ ਸਾਥ ਰਿਸਾਵਤ ਹੀ ਰਹਿਓ। ਇਹ ਵੀ ਮਹਾਰਾਜ ਨੂੰ ਪਤਾ ਹੈ ਵੀ ਬਾਬਾ ਮੋਹਨ ਜੀ ਤਪਸਵੀ ਤੇ ਬਹੁਤ ਵੱਡੇ ਨੇ, ਪਰ ਸਾਡੇ ਪਿਤਾ ਜੀ ਦੇ ਨਾਲ ਨਾਰਾਜ਼ ਹੀ ਰਹਿੰਦੇ ਸਨ ਜੀ। ਹਾਂਜੀ। ਗੁਰਤਾ ਪ੍ਰਾਪਤ ਨਾਹੇ ਦ્વੈਸ਼ਿਆਂ ਤੇ ਚਹਿਓ। ਕਿਉਂ? ਬਾਬਾ ਮੋਹਨ ਜੀ ਦੇ ਮਨ ਵਿੱਚ ਇਹ ਸੀ ਵੀ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਸ਼੍ਰੀ ਗੁਰ ਤਿਨਕੇ ਪਿਤਾ ਬਿਰਧ ਤਨ ਬੈ ਮਹਾ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਹੜੇ ਉਮਰ ਵਿੱਚ ਬਹੁਤ ਵੱਡੇ ਸਨ। ਹਾਂਜੀ। ਹੋ ਕਹਿਓ ਨਾ ਮਾਨਿਓ ਬਾਕ ਪ੍ਰੇਮ ਤੇ ਬਹੁ ਕਹਾ। ਗੱਜ ਕੇ ਆਖੋ। ਇਹ ਉਹਨਾਂ ਦਾ ਵੀ ਬਚਨ ਨਹੀਂ ਸੀ ਮੰਨਦੇ, ਆਪਣੇ ਮਸਤ ਸੁਭਾਅ 'ਚ ਰਹਿੰਦੇ ਸਨ ਜੀ। ਗੁਰੂ ਅਰਜਨ ਸਾਹਿਬ ਜੀ ਨੂੰ ਸਾਰੀ ਗੱਲ ਦਾ ਪਤਾ, ਕਿਉਂ? ਉਹਨਾਂ ਦੇ ਮਾਮਾ ਜੀ ਵੀ ਨੇ ਨਾ। ਹਾਂਜੀ। ਇਨ ਕਾਰਨ ਤੇ ਦੁਲਭ ਸ਼ਬਦ ਸਭ ਗੁਰਨ ਕੇ, ਸ਼੍ਰੀ ਅਰਜਨ ਚਿਤਵੰਤ ਕਾਜ ਨਿਜ ਪੁਰਨ ਕੇ। ਪਰ ਜੇ ਬਾਬਾ ਮੋਹਨ ਜੀ ਇਸ ਤਰ੍ਹਾਂ ਦਾ ਹੀ ਸੁਭਾਅ ਰੱਖਣਗੇ ਤੇ ਫਿਰ ਸ਼ਬਦ ਕਿਵੇਂ ਮਿਲਣਗੇ? ਗੁਰਾਂ ਦੀ ਬਾਣੀ ਕਿਵੇਂ ਪ੍ਰਾਪਤ ਹੋਏਗੀ? ਹਾਂਜੀ। ਆਪ ਜਾਏ ਚਲ ਪਾਸ ਸੋ ਕੀਰਤ ਕੋ ਕਹਾ। ਗੱਜ ਕੇ ਆਖੋ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਵਿਚਾਰ ਕੀਤੀ, ਜਗਤ ਦੇ ਮਾਲਕ ਆਪ ਪਰਮੇਸ਼ਰ ਆਪ ਰੱਬ। ਮਹਾਰਾਜ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਆਪ ਹੀ ਚੱਲ ਕੇ ਜਾਵਾਂਗੇ, ਨਾਲੇ ਉਹਨਾਂ ਦੀ ਕੀਰਤੀ ਕਰਾਂਗੇ। ਕਹਿਣ ਲੱਗੇ। ਹਾਂਜੀ। ਹੋ ਸੁਨੇ ਜੇ ਹੋਏ ਪ੍ਰਸੰਨ ਪੋਥੀਆਂ ਸਭ ਲਹੈ। ਤੇ ਬਾਬਾ ਮੋਹਨ ਜੀ ਕੀਰਤੀ ਸੁਣ ਕੇ ਖੁਸ਼ ਹੋ ਜਾਣਗੇ, ਸਾਨੂੰ ਪੋਥੀਆਂ ਦੇ ਦੇਣਗੇ ਜੀ। ਚੇਤਾ ਰੱਖਿਓ, ਕੀਰਤੀ ਬੜੀ ਚੀਜ਼ ਹੈਗੀ ਹੈ। ਹਾਂਜੀ। ਤਾਰੀਫ ਬੜੀ ਚੀਜ਼ ਹੈਗੀ ਜੀ। ਬੰਦੇ ਦੀ ਤਾਰੀਫ ਕਰ ਦਿਓ, ਅਗਲਾ ਖੁਸ਼ ਜੀ ਉਸੇ ਵੇਲੇ ਜੀ, ਉਸੇ ਵੇਲੇ ਖੁਸ਼ ਜੀ। ਇਹਦੇ ਤੇ ਇੱਕ ਨਹੀਂ ਹਜ਼ਾਰਾਂ ਹੀ ਪ੍ਰਮਾਣ ਨੇ ਇਸ ਗੱਲ ਤੇ ਉੱਤੇ ਜੀ। ਹਾਂਜੀ। ਬਿਨ ਹਮਰੇ ਤਹ ਗਏ ਹਾਥ ਨਹਿ ਆਵਈ। ਹਜੂਰ ਮਹਾਰਾਜ ਵਿਚਾਰ ਕਰਦੇ ਆ ਕਿ ਸਾਡੇ ਆਪ ਜਾਣ ਤੋਂ ਬਗੈਰ ਪੋਥੀਆਂ ਹੱਥ ਨਹੀਂ ਆਉਣੀਆਂ। ਬਾਬਾ ਮੋਹਨ ਜੀ ਨੇ ਕਿਸੇ ਨੂੰ ਪੋਥੀਆਂ ਨਹੀਂ ਦੇਣੀਆਂ ਜੀ। ਅਪਰ ਨ ਕਿਸਹੂ ਪਾਸ ਜੇ ਤਹਾਂ ਲਿਖਾਵਈ। ਤੇ ਹੋਰ ਕਿਸੇ ਦੇ ਪਾਸ ਵੀ ਨਹੀਂ ਹਨ ਜਿਹੜਾ ਕਿਸੇ ਨੇ ਉਤਾਰਾ ਕੀਤਾ ਹੋਵੇ ਪਹਿਲਾਂ, ਹੈ ਵੀ ਉਹਨਾਂ ਕੋਲ ਹੀ ਨੇ। ਹਾਂਜੀ। ਉਚਰ ਹੈ ਸੁਜਸ ਵਿਸਾਲ ਪ੍ਰਸੰਨ ਜੇ ਹੋਵਈ। ਤੇ ਅਸੀਂ ਫਿਰ ਹੁਣ ਜਾ ਕੇ ਤੇ ਬਾਬਾ ਮੋਹਨ ਜੀ ਦਾ ਜਸ ਕਰਾਂਗੇ। ਗੱਜ ਕੇ ਆਖੋ ਵਾਹਿਗੁਰੂ। ਉਹ ਨਵੀਂ ਨਵੀਂ ਨਹੁੰ, ਇਹਨੂੰ ਮਜ਼ਾਕ ਵਾਲੇ ਪਾਸੇ ਨਾ ਖੜਿਓ। ਜਸ ਕਿੰਨੀ ਵੱਡੀ ਚੀਜ਼ ਹੈ ਜੀ। ਨਵੀਂ ਨਵੀਂ ਨਹੁੰ ਆਈ, ਸੱਸ ਨੇ ਵੇਖਿਆ ਕੰਮ ਹੀ ਨਹੀਂ ਕਰਦੀ। ਸੱਸ ਨੇ ਨਹੁੰ ਦੀ ਮਾਂ ਨਾਲ ਗੱਲ ਕੀਤੀ ਵੀ ਇਹ ਤੇ ਕੰਮ ਹੀ ਨਹੀਂ ਕਰਦੀ। ਉਹ ਕਹਿਣ ਲੱਗੀ, ਭੈਣ ਜੀ ਅਸੀਂ ਇਹਨੂੰ ਲਾਡਾ ਨਾ ਰੱਖਿਆ, ਕੰਮ ਕਰੇਗੀ ਸਾਰੇ, ਪਰ ਮੂੰਹੋਂ ਪ੍ਰੇਮ ਦੇ ਬੋਲ ਬੋਲਿਓ ਸਾਰੇ ਕੰਮ ਕਰੇਗੀ। ਗੱਜ ਕੇ ਆਖੋ। ਕੰਮ ਕਰੇਗੀ ਸਾਰੇ। ਕਹਿਣ ਲੱਗੇ ਅਸੀਂ ਲਾਡਾ ਨਾ ਰੱਖਿਆ। ਕਈ ਜੁਗਤ ਹੁੰਦੀ ਹੈ ਨਾ ਜੀ, ਜੁਗਤ। ਗੁਰੂ ਅਰਜਨ ਸਾਹਿਬ ਜੀ ਕੋਲ ਜੁਗਤੀ ਹੈਗੀ ਹੈ ਜੀ। ਵੱਡਿਆਂ ਨੂੰ ਖੁਸ਼ ਕਿਵੇਂ ਕਰਨਾ, ਵੱਡਿਆਂ ਦੀ ਵਡਿਆਈ ਕਰੋ, ਖੁਸ਼ ਹੋ ਜਾਣਗੇ ਜੀ ਉਹ। ਹਾਂਜੀ। ਹੋ ਸਾਦਰ ਦੇਹ ਬੁਲਾਏ ਕ੍ਰੋਧ ਉਰ ਖੋਵਈ। ਮਹਾਰਾਜ ਨੇ ਵਿਚਾਰ ਕੀਤੀ, ਜਦੋਂ ਅਸੀਂ ਜਾ ਕੇ ਬਾਬਾ ਮੋਹਨ ਜੀ ਦਾ ਬਹੁਤਾ ਹੀ ਸਤਿਕਾਰ ਕਰਾਂਗੇ ਨਾ, ਉਹਨਾਂ ਨੂੰ ਗੁੱਸਾ ਭੁੱਲ ਜਾਣਾ। ਕਹਿਣ ਲੱਗੇ। ਗੱਜ ਕੇ ਆਖੋ। ਇਹ ਜੁਗਤੀ 'ਚ ਸਾਧ ਸੰਗਤ ਜੀ, ਇਹ ਜੁਗਤੀ ਹੈ।
ਕਿਸੇ ਨੂੰ ਗੁੱਸਾ ਚੜਿਆ ਹੋਵੇ ਉਹਦਾ ਬਹੁਤਾ ਹੀ ਸਤਿਕਾਰ ਕਰੋ, ਉਹ ਅੰਦਰੋਂ ਗੁੱਸਾ ਹੀ ਕੱਢ ਦਿੰਦਾ ਜੀ ਆਪਣਾ ਜੀ। ਤਾਂ ਅਗਲੇ ਨੂੰ ਪਹਿਲਾਂ ਹੀ ਗੁੱਸਾ ਤੇ ਜਾ ਕੇ ਅਗਲਾ ਵੀ ਅੱਖਾਂ ਕੱਢੇ, ਉਹ ਕੰਮ ਵਿਗੜਦਾ ਹੈ ਜੀ। ਹਾਂਜੀ, ਵੱਡਿਆਨ ਇਹ ਸੁਭਾਵ ਸਰਲਤਾ ਜਾਣ ਕੈ। ਮਹਾਰਾਜ ਹਿਰਦੇ 'ਚ ਵਿਚਾਰ ਕਰਦੇ ਐ, ਵੱਡਿਆਂ ਦਾ ਤੇ ਸੁਭਾਅ ਵੀ ਹੈ ਕਿ ਉਹਨਾਂ ਦੇ ਸਾਹਮਣੇ ਵਿਅਕਤੀ ਬਿਲਕੁਲ ਸਰਲ ਹੋ ਜਾਏ ਜੀ। ਹਾਂਜੀ, ਸੁਜਸ ਸੁਨਤ ਰਿਸਹਾਨ ਕਹਿਓ ਲੈ ਮਾਨ ਕੈ। ਇਹ ਨਹੀਂ ਵੀ ਤਾਰੀਫ ਤੇ ਕਰੇ ਤੇ ਅੰਦਰੋਂ ਛਲ ਕਪਟ ਹੀ ਰੱਖੇ, ਨਹੀਂ, ਮਨੋਂ ਇੱਕ ਹੋ ਕੇ ਤਾਰੀਫ ਕਰੇ। ਵੱਡੇ ਤਤਕਾਲ ਹੀ ਗੁੱਸਾ ਦੂਰ ਕਰ ਦਿੰਦੇ ਆ, ਤਤਕਾਲ ਹੀ ਗੁੱਸਾ ਦੂਰ ਕਰ ਦਿੰਦੇ ਆ। ਹਾਂਜੀ, ਧਰੈ ਜੋ ਉਰ ਵਿਸਵਾਸ ਕਾਜ ਜੇ ਹੋਵਈ। ਤੇ ਜੇ ਬਾਬਾ ਜੀ ਖੁਸ਼ ਹੋ ਜਾਣ ਤੇ ਸਾਡਾ ਕਾਰਜ ਹੋ ਜਾਣਾ ਜੀ। ਹਾਂਜੀ, ਹੋ ਯਾਂਤੇ ਚਲਬੋ ਬਨਹਿ ਨਾ ਸੰਸੈ ਆਵਈ। ਇਸ ਕਰਕੇ ਗੁਰੂ ਅਰਜਨ ਸਾਹਿਬ ਵਿਚਾਰ ਕਰਦੇ ਐ, ਹੁਣ ਸਾਨੂੰ ਆਪ ਜਾਣਾ ਚਾਹੀਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਵੱਡਿਆਂ ਦੀ ਵਡਿਆਈ ਬੰਦਾ ਕਰੇ, ਉਹਨੂੰ ਮਿਲੇਗਾ ਹੀ ਕੁਛ ਜੀ। ਚੇਤਾ ਰੱਖਿਓ, ਇੱਥੇ ਵੱਡੇ ਤੇ ਗੁਰੂ ਅਰਜਨ ਸਾਹਿਬ ਹਨ। ਫਿਰ ਵੀ ਉਮਰ ਵਿੱਚ ਵੱਡੇ ਜਾਣ ਕੇ, ਰਿਸ਼ਤੇਦਾਰੀ 'ਚ ਵੱਡੇ ਜਾਣ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਆ ਜੀ। ਸ਼੍ਰੀ ਗੁਰ ਅਰਜਨ ਨਾਥ ਵਿਸਾਲ ਵਿਚਾਰ ਕੈ। ਹਜੂਰ ਗੁਰੂ ਅਰਜਨ ਸਾਹਿਬ ਮਾਲਕ ਸੱਚੇ ਪਾਤਸ਼ਾਹ ਜੀ ਨੇ ਲੰਮੀ ਵਿਚਾਰ ਆਪਣੇ ਮਨ ਵਿੱਚ ਵਿਚਾਰੀ ਜੀ। ਕਰਬੋ ਮਨਹਿ ਜ਼ਰੂਰ ਆਲਸੋ ਟਾਲ ਕੈ। ਸੋ ਮਹਾਰਾਜ ਗਰੀਬ ਨਵਾਜ ਵਿਚਾਰ ਕਰਦੇ ਐ, ਸਾਨੂੰ ਆਪ ਜਾਣਾ ਚਾਹੀਦਾ ਹੈ। ਹਾਂਜੀ, ਸਭ ਜਗ ਪਰ ਉਪਕਾਰ ਬੀੜ ਸ੍ਰੀ ਗ੍ਰੰਥ ਕੀ। ਗੱਜ ਕੇ ਆਖੋ, ਇੱਕ ਗ੍ਰੰਥ ਤਿਆਰ ਕਰ ਦਿਆਂਗੇ, ਸਾਰੇ ਜਗਤ ਦੇ ਉੱਤੇ ਉਪਕਾਰ ਹੋਏਗਾ। ਗ੍ਰੰਥ ਪਤਾ ਕਿਹਨੂੰ ਕਹਿੰਦੇ ਆ? ਗ੍ਰੰਥ ਕਿਹਦਾ ਨਾਮ ਹੈ? ਗ੍ਰੰਥ ਨਾਮ ਹੈ ਸਮੂਹ ਦਾ ਜੀ। ਸਮੂਹ ਦਾ, ਜਿੱਥੇ ਕਈ ਚੀਜ਼ਾਂ ਹੋਣ ਉਹਨੂੰ ਗ੍ਰੰਥ ਕਹਿੰਦੇ ਆ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਣੀ ਦਾ ਗ੍ਰੰਥ ਬਣਾਉਣਾ ਜਿਸ 'ਚ ਬਾਣੀ ਹੋਵੇ ਸਾਰੀ। ਹਾਂਜੀ, ਹੋ ਬਿਦਤ ਹੈ ਕਲ ਮਹਿ ਅਧਿਕ ਰੀਤ ਸ਼ੁਭ ਪੰਥ ਕੀ। ਜਿਸ ਨਾਲ ਕਲਯੁਗੀ ਜੀਵਾਂ ਦਾ ਭਲਾ ਹੋਵੇ। ਇਹ ਮਹਾਰਾਜ ਸਾਡੇ ਭਲੇ ਦੀ ਗੱਲ ਕਰ ਰਹੇ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜੀਅਤ ਜੀਵਕਾ ਬਨੈ ਸੋ ਲਾਖੋਂ ਨਰਨ ਕੀ। ਮਹਾਰਾਜ ਕਹਿਣ ਲੱਗੇ, ਲੱਖਾਂ ਲੋਕ ਜਿੰਦਿਆਂ ਜੀ ਰੋਜੀ ਵੀ ਕਮਾਉਣਗੇ। ਕਹਿਣ ਲੱਗੇ, ਹੁਣ ਵੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਵਰਗਿਆਂ ਪਤਾ ਨਹੀਂ ਕਿੰਨੇ ਅੰਗ ਦੀ ਰੋਜੀ ਚੱਲਦੀ ਜੀ। ਪਾਠੀ ਸਿੰਘਾਂ ਦੀ, ਗ੍ਰੰਥੀ ਸਿੰਘਾਂ ਦੀ, ਰਾਗੀ ਸਿੰਘਾਂ ਦੀ, ਗਿਆਨੀਆਂ ਦੀ, ਸੇਵਾਦਾਰਾਂ ਦੀ। ਗੁਰੂ ਗ੍ਰੰਥ ਸਾਹਿਬ ਹੈਗੇ ਤੇ ਰੋਜੀ ਹੈਗੀ ਆ ਨਾ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਸਾਰੀਆਂ ਗੱਲਾਂ ਹੀ ਧਿਆਨ 'ਚ ਰੱਖ ਰਹੇ ਜੀ। ਕਹਿਣ ਲੱਗੇ ਲੱਖਾਂ ਨੂੰ ਰੋਜੀ ਮਿਲਣੀ ਹੈ, ਉਹਨਾਂ ਦਾ ਰੋਜ਼ ਦਾ ਗੁਜ਼ਾਰਾ ਚੱਲੇਗਾ। ਹਾਂਜੀ, ਸੁਨ ਕਰ ਪਠਹਿ ਕਮਾਹੇ ਪ੍ਰੀਤ ਪ੍ਰਭ ਚਰਨ ਕੀ। ਤੇ ਜਿਹੜੇ ਸੁਣ ਕੇ ਪੜ੍ਹ ਕੇ ਕਮਾਉਣਗੇ ਉਹਨਾਂ ਦਾ ਸ੍ਰੀ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਪਏਗਾ। ਹਾਂਜੀ, ਅੰਤ ਮੁਕਤ ਕੋ ਲਹਿ ਨਾ ਸੰਸੈ ਹੋਏ ਹੈ। ਇਹ ਬਾਣੀ ਦੇ ਗ੍ਰੰਥ ਦੀ ਜਿਹੜਾ ਸੇਵਾ ਕਰੇਗਾ, ਆਉਣ ਵਾਲੇ ਸਮੇਂ ਵਿੱਚ, ਅੰਤਮ ਸਮੇਂ ਵਿੱਚ ਉਹ ਮੁਕਤ ਹੋ ਜਾਏਗਾ। ਸੰਸਾ ਨਹੀਂ ਕੋਈ ਰਹੇਗਾ। ਆਖੋ ਹੱਥ ਜੋੜ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਹੋ ਰਾਵ ਰੰਕ ਉੱਚ ਨੀਚ ਜਪਾਵੈ ਕੋਏ ਹੈ। ਕਹਿਣ ਲੱਗੇ ਐਸੇ ਇਹ ਹੋਣਗੇ, ਅਮੀਰ ਗਰੀਬ ਉੱਚੇ ਨੀਵੇਂ, ਸਾਰੇ ਇਹਨਾਂ ਨੂੰ ਮੰਨਣਗੇ ਤੇ ਸਾਰਿਆਂ ਦਾ ਇਹ ਭਲਾ ਵੀ ਕਰਨਗੇ। ਸਭਨਾਂ ਨੂੰ ਵਾਹਿਗੁਰੂ ਦਾ ਨਾਮ ਜਪਾਉਣਗੇ। ਇਮ ਵਿਚਾਰ ਕਰ ਗੁਰਸੋ ਬਾਕ ਬਖਾਨਿਓ। ਇਹ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਤਿਆਰੀ ਹਮਰੀ ਕਰੋ ਪ੍ਰਾਤ ਪ੍ਰਸਥਾਨਿਓ। ਮਹਾਰਾਜ ਗੱਦੀ ਸਾਹਿਬ ਤੇ ਬੈਠੇ ਸਿੱਖਾਂ ਨੂੰ ਬਚਨ ਕੀਤਾ, ਸਿੱਖੋ ਤਿਆਰੀ ਕਰੋ, ਸਵੇਰੇ ਅੰਮ੍ਰਿਤ ਵੇਲੇ ਅਸੀਂ ਗੋਇੰਦਵਾਲ ਸਾਹਿਬ ਨੂੰ ਚਾਲਾ ਪਾਉਣਾ ਹੈ। ਕਹਿਣ ਲੱਗੇ, ਹਾਂਜੀ,
ਜਾਨ ਲਈ ਸਭ ਹੂਨ ਸੋ ਨਿਸਾ ਬਿਤਾਏ ਕੈ। ਸਭਨਾਂ ਨੂੰ ਪਤਾ ਲੱਗ ਗਿਆ ਵੀ ਦਿਨੇ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਣਗੇ। ਰਾਤ ਸਭਨਾਂ ਨੇ ਬਤੀਤ ਕੀਤੀ ਜੀ। ਹੋ ਪ੍ਰਾਤ ਕੀਨ ਇਸ਼ਨਾਨ ਸੁਧਾ ਸਰ ਜਾਏ ਕੈ। ਹੋ ਪ੍ਰਾਤ ਕੀਨ ਇਸ਼ਨਾਨ ਸੁਧਾ ਸਰ ਜਾਏ ਕੈ। ਸਿੱਖ ਸੰਗਤਾਂ ਨੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕੀਤਾ ਜੀ। ਹਾਂਜੀ। ਸਭ ਗੁਰ ਆਦ ਮਨਾਏ ਅਰੁਢੇ ਪਾਲਕੀ। ਤੇ ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਤੁਰਨ ਲੱਗੇ ਆ ਨਾ, ਸਿੱਖਿਆ ਲਿਆ ਕਰੋ। ਇਹ ਮੈਂ ਵੇਖਦਾ ਬਹੁਤ ਸਾਰਿਆਂ ਨਾਲ ਜਾ ਕੇ ਵਿਚਰ ਕੇ ਧਿਆਨ ਨਹੀਂ ਕੋਈ ਦਿੰਦਾ ਇਹਨਾਂ ਗੱਲਾਂ ਵੱਲ ਜੀ। ਜਦੋਂ ਮਹਾਰਾਜ ਪਾਲਕੀ ਸਾਹਿਬ ਵਿੱਚ ਬੈਠਣ ਲੱਗੇ ਆ, ਫਿਰ ਬੈਠ ਗਏ ਆ। ਪਾਲਕੀ ਸਾਹਿਬ ਸ਼ੁਰੂ ਕਰਾਉਣ ਤੋਂ ਪਹਿਲਾਂ, ਚਲਾਉਣ ਤੋਂ ਪਹਿਲਾਂ ਮਹਾਰਾਜ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਸਤਿਗੁਰਾਂ ਨੂੰ ਚੇਤੇ ਕੀਤਾ ਜੀ। ਗੱਡੀ, ਮੋਟਰਸਾਈਕਲ, ਸਕੂਟਰ ਸਾਈਕਲ ਤੇ ਬਹਿ ਕੇ ਗੁਰੂ ਸਾਹਿਬ ਦਾ ਨਾਮ ਲਿਆ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਜਦੋਂ ਤੁਰਨ ਲੱਗੋ ਨਾ ਉਦੋਂ ਲਿਆ ਕਰੋ ਜੀ। ਬਸ ਕਈ ਗੱਲਾਂ ਕਰਦੇ ਬਹਿ ਜਾਂਦੇ ਆ ਤੇ ਫਿਰ ਬਹਿੰਦਿਆਂ ਸਾਰ ਗੱਲਾਂ ਹੀ ਕਰੀ ਜਾਂਦੇ, ਤੇ ਜਦੋਂ ਤੱਕ ਪਹੁੰਚਦੇ ਨਹੀਂ ਗੱਲਾਂ ਹੀ ਕਰੀ ਜਾਂਦੇ ਆ ਜੀ। ਮਹਾਰਾਜ ਪਾਲਕੀ ਸਾਹਿਬ 'ਚ ਬੈਠਣ ਲੱਗੇ, ਸਤਿਗੁਰਾਂ ਨੂੰ ਚੇਤੇ ਕੀਤਾ ਜੀ। ਹਾਂਜੀ। ਜਿਨ ਕੀ ਕਿਰਪਾ ਸੋ ਦ੍ਰਿਸ਼ਟ ਪੀਰ ਨਹਿ ਕਾਲ ਕੀ। ਕਹਿੰਦੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਦੁੱਖ ਦਲਿੱਦਰ ਕਾਲ ਕਲੇਸ਼ ਸਭ ਦੂਰ ਹੁੰਦੇ ਆ, ਐਸੇ ਸਤਿਗੁਰਾਂ ਦਾ ਧਿਆਨ ਧਾਰਿਆ। ਅਜੇ ਗੁਰੂ ਅਰਜਨ ਸਾਹਿਬ ਖੁਦ ਗੁਰੂ ਨੇ ਜੀ। ਹਾਂਜੀ। ਸਿੱਖ ਸੰਗ ਸਮੁਦਾਏ ਦਾਸ ਸ਼ੋਭਤ ਚੱਲੇ। ਹਜੂਰ ਮਹਾਰਾਜ ਨੇ ਬੜੇ ਸਿੱਖ ਨਾਲ ਲਏ ਜੀ। ਬਹੁਤ ਸਿੱਖ ਨਾਲ ਲਏ ਆ। ਬੇਅੰਤ ਸਿੱਖ ਨਾਲ ਨਾਲ ਚੱਲ ਰਹੇ ਨੇ ਜੀ। ਹੋ ਮਨ ਹੋ ਚੰਦਰਮਾ ਸਾਥ ਤਾਰਕਾ ਗਨ ਭਲੇ। ਗੱਜ ਕੇ ਆਖੋ। ਕਹਿੰਦੇ ਮਾਨੋ ਚੰਦ ਦੇ ਨਾਲ ਤਾਰੇ ਤੁਰਦੇ ਹੋਏ ਜਾ ਰਹੇ ਹੋਣ ਜੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਸਿੱਖ ਤਾਰੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਚੰਦ ਹਨ ਜੀ। ਹਾਂਜੀ। ਸਨੇ ਸਨੇ ਚਲ ਆਏ ਸੋ ਗੋਇੰਦਵਾਲ ਕੋ। ਹੌਲੀ ਹੌਲੀ ਚਲਦਿਆਂ ਚਲਦਿਆਂ ਰਸਤੇ 'ਚ ਸ਼ਬਦ ਕੀਰਤਨ ਹੁੰਦਾ ਹੈ। ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਆਏ ਜੀ। ਜਹਾਂ ਬੇਪਾਸਾ ਨਦੀ ਪ੍ਰਵਾਹ ਵਿਸਾਲ ਕੋ। ਕਹਿਣ ਲੱਗੇ ਆ ਜਿੱਥੇ ਵਿਸ਼ਾਲ ਨਦੀ ਬਿਆਸ ਦਾ ਪ੍ਰਵਾਹ ਚੱਲਦਾ ਹੈ ਜੀ। ਬਿਆਸ ਦਰਿਆ ਨਾ ਜੀ ਲਾਗੇ। ਹਾਂਜੀ। ਬਾਪੀ ਮੱਜਨ ਕੀਨ ਧਿਆਨ ਸਤਿਗੁਰ ਧਰੇ। ਤੇ ਮਹਾਰਾਜ ਨੇ ਜਾ ਕੇ ਕੀ ਕੀਤਾ? ਸਭ ਤੋਂ ਪਹਿਲਾਂ ਬੌਲੀ ਸਾਹਿਬ 'ਚ ਇਸ਼ਨਾਨ ਕੀਤਾ ਜੀ। ਸਿੱਖਾਂ ਨੇ ਵੀ ਕੀਤਾ। ਤੁਸੀਂ ਸੁਣਿਆ ਨਾ, ਭਾਈ ਗੁਰਦਾਸ ਜੀ ਗਏ, ਉਹਨਾਂ ਵੀ ਇਸ਼ਨਾਨ ਕੀਤਾ। ਬਾਬਾ ਬੁੱਢਾ ਸਾਹਿਬ ਗਏ, ਉਹਨਾਂ ਵੀ ਇਸ਼ਨਾਨ ਕੀਤਾ। ਸਤਿਗੁਰੂ ਜੀ ਆਏ, ਸਤਿਗੁਰੂ ਜੀ ਨੇ ਵੀ ਇਸ਼ਨਾਨ ਕੀਤਾ ਜੀ। ਇਸ਼ਨਾਨ ਕਰਕੇ ਕੀ ਕੀਤਾ ਜੀ? ਧੰਨ ਗੁਰੂ ਅਮਰਦਾਸ ਜੀ ਦਾ ਧਿਆਨ ਧਾਰ ਲਿਆ ਜੀ। ਉਹਨਾਂ ਦਾ ਅਸਥਾਨ ਹੈ ਨਾ। ਗੁਰੂ ਅਰਜਨ ਦੇਵ ਜੀ ਦਾ ਆਗਮਨ ਅਸਥਾਨ ਵੀ ਗੋਇੰਦਵਾਲ ਸਾਹਿਬ ਹੀ ਹੈਗਾ ਜੀ। ਮਹਾਰਾਜ ਦਾ ਜਨਮ ਹੀ ਇੱਥੇ ਹੋਇਆ ਹੈ ਜੀ। ਹਾਂਜੀ। ਹੋ ਤਿਸ ਛਿਨ ਸ੍ਰੀ ਗੁਰ ਅਮਰ ਆਨ ਆਗੇ ਖਰੇ। ਵਾਹ ਜੀ ਵਾਹ, ਗੱਜ ਕੇ ਆਖੋ। ਕਹਿੰਦੇ ਜਦੋਂ ਧਿਆਨ ਜੋੜਿਆ ਨਾ ਗੁਰੂ ਅਰਜਨ ਦੇਵ ਜੀ ਨੇ ਬੈਠ ਕੇ, ਤੇ ਨੇਤਰਾਂ ਦੇ ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਆਪ ਹੀ ਆ ਗਏ ਜੀ। ਆਪ ਆ ਗਏ ਜੀ। ਵੇਖੋ ਨਾ, ਇਹ ਵੀ ਤੇ ਸਤਿਗੁਰੂ ਨੇ, ਉਹੋ ਹੀ ਜੋਤ ਹੈ। ਹਾਂਜੀ। ਸ਼੍ਰੀ ਅਰਜਨ ਅਵਲੋਕ ਚਰਨ ਅਰਬਿੰਦ ਕੋ। ਇਹ ਸਭ ਅੰਦਰੇ ਅੰਦਰ ਹੋ ਰਿਹਾ ਹੈ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸੇ ਵੇਲੇ ਅੰਦਰੇ ਹੀ ਅੰਦਰ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ। ਧੰਨ ਗੁਰੂ ਅਮਰਦਾਸ ਧੰਨ ਸਾਹਿਬ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਬੰਧਨ ਠਾਨ ਸੋ ਪ੍ਰੇਮ ਆਨੰਦ ਬਿਲੰਦ ਕੋ। ਨਮਸਕਾਰ ਕੀਤੀ, ਬੜਾ ਪ੍ਰੇਮ ਪੈਦਾ ਹੋਇਆ ਜੀ। ਇੱਥੇ ਗਿਆ ਕੋਈ ਨਹੀਂ ਹੈਗਾ ਜੀ। ਆਖੋ ਵਾਹਿਗੁਰੂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਨਾ ਜਾਏ। ਗੁਰੂ ਅਮਰਦਾਸ ਜੀ ਗਏ ਥੋੜੀ ਕਿਤੇ ਜੀ। ਅੱਜ ਵੀ ਸਿੱਖਾਂ ਨੂੰ ਦਰਸ਼ਨ ਹੁੰਦੇ ਆ।
ਹਾਂਜੀ। ਗਦ ਗਦ ਗਿਰਾ ਰੁਮੰਚ ਬਿਲੋਚਨ ਜਲ ਭਰੇ। ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਲੂੰ ਕੰਡੇ ਖੜੇ ਹੋ ਗਏ। ਕਹਿਣ ਲੱਗੇ ਨੇਤਰਾਂ 'ਚ ਜਲ ਭਰ ਆਇਆ ਜੀ। ਹਾਂਜੀ। ਹੋ ਬਿਨਤੀ ਬਹੁਰ ਬਖਾਨ ਨਮਰ ਜੁਤ ਹੋਏ ਖਰੇ। ਨਾਨਾ ਜੀ ਵੀ ਨੇ ਨਾ, ਤੇ ਬੇਨਤੀਆਂ ਕੀਤੀਆਂ, ਬੜੀ ਨਿਮਰਤਾ ਨਾਲ ਖਲੋ ਕੇ ਬੇਨਤੀਆਂ ਕਰਨ ਲੱਗੇ ਜੀ। ਸਿਰ ਭਰ ਧਾਰ ਕਰ ਹਾਥ ਹਰਖ ਉਰ ਧਾਰ ਕੈ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਹੱਥ ਰੱਖਿਆ ਜੀ। ਫਿਰ ਜੀ ਖੁਸ਼ੀ ਦੇ ਨਾਲ ਜੀ। ਸ਼੍ਰੀ ਅਰਜਨ ਸੋ ਭਨਿਓ ਕਾਜ ਲਿਓ ਸਾਰ ਕੈ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਤੁਹਾਡਾ ਕਾਰਜ ਸਿੱਧ ਹੋਏਗਾ। ਕਹਿਣ ਲੱਗੇ ਭਾਵ ਪੋਥੀਆਂ ਵੀ ਮਿਲਣਗੀਆਂ ਤੇ ਗ੍ਰੰਥ ਵੀ ਤਿਆਰ ਹੋਏਗਾ। ਕਹਿਣ ਲੱਗੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੀਰਤ ਮੋਹਨ ਕਰੋ ਪੋਥੀਆਂ ਲੀਜੀਏ। ਮਹਾਰਾਜ ਕਹਿਣ ਲੱਗੇ ਉਹ ਕੰਮ ਕਰੋ ਜੋ ਸੋਚ ਕੇ ਆਏ ਹੋ। ਬਾਬੇ ਮੋਹਨ ਜੀ ਦੇ ਬਾਰੇ ਆਖਿਆ ਮੋਹਨ ਦੀ ਕੀਰਤੀ ਕਰੋ। ਕਹਿਣ ਲੱਗੇ ਹੋ ਸ਼੍ਰੇਸ਼ਟ ਉਦਮ ਅਹੈ ਬੀੜ ਸਭ ਕੀਜੀਏ। ਬਹੁਤ ਵਧੀਆ, ਬਹੁਤ ਹੀ ਵੱਡਾ ਕਾਰਜ ਕਰਨ ਲੱਗੇ ਜੇ, ਜਿਹੜਾ ਬਾਣੀ ਦਾ ਇੱਕ ਗ੍ਰੰਥ ਬਣਾ ਦੇਣ ਲੱਗੇ। ਉਹ ਕਹਿਣ ਲੱਗੇ ਅਸੀਂ ਤੁਹਾਡੇ ਨਾਲ ਆ। ਕਹਿਣ ਲੱਗੇ ਹਾਂਜੀ। ਰਹੋ ਨਮਰਤਾ ਸੰਗ ਜੇ ਮੋਹਨ ਕੁਛ ਕਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਨੂੰ, ਜੇ ਮੋਹਨ ਕੁਝ ਕਹਿ ਵੀ ਦਵੇ ਨਾ, ਨਿਮਰਤਾ ਨਾਲ ਹੀ ਰਹਿਣਾ। ਕਹਿਣ ਲੱਗੇ ਹਾਂਜੀ। ਸਹਿ ਕਰ ਬਾਕ ਕਠੋਰ ਲੇਹੋ ਜੋ ਚਿਤ ਚਾਹੈ। ਕਹਿ ਨਿਸ਼ਠਰ ਪਛਤਾਏ ਨਮਰ ਹੋ ਜਾਏ ਹੈ। ਆਪੇ ਹੀ ਉਹ ਬਚਨ ਕਹਿ ਵੀ ਦੇਣਗੇ ਤੇ ਪਛਤਾਉਣਗੇ ਵੀ ਬਾਅਦ ਵਿੱਚ। ਕਹਿਣ ਲੱਗੇ ਹਾਂਜੀ। ਹੋ ਮਨ ਹੈ ਤੁਮਰੋ ਕਹਿਓ ਨਾ ਬਾਹਰ ਹਟਾਏ ਹੈ। ਪਰ ਤੁਹਾਡੀ ਕਈ ਗੱਲ ਮੰਨਣਗੇ। ਕਹਿਣ ਲੱਗੇ ਅਸੀਂ ਤੁਹਾਡੇ ਨਾਲ ਆ। ਕਹਿਣ ਲੱਗੇ ਸੋ ਇਹਦੇ ਤੋਂ ਅੱਗੇ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗੁਰੂ ਅਮਰਦਾਸ ਜੀ ਨੇ ਸਾਖਸ਼ਾਤ ਦਰਸ਼ਨ ਦਿੱਤੇ ਤੇ ਦਰਸ਼ਨ ਦੇ ਕੇ ਆਖਿਆ ਜਾਓ ਤੁਹਾਡਾ ਕਾਰਜ ਸਿੱਧ ਹੋ ਜਾਏਗਾ। ਤੇ ਜਿੱਥੇ ਸਤਿਗੁਰੂ ਆਪ ਤੋਰ ਰਹੇ ਹੋਣ ਉੱਥੇ ਸਾਧ ਸੰਗਤ ਜੀ ਕਿਉਂ ਨਹੀਂ ਕਾਰਜ ਸਿੱਧ ਹੋਣਗੇ। ਅੱਗੋਂ ਹੁਣ ਗੁਰੂ ਅਰਜਨ ਸਾਹਿਬ ਚੱਲ ਕੇ ਬਾਬਾ ਮੋਹਨ ਜੀ ਵਾਲੇ ਪਾਸੇ ਚੁਬਾਰਾ ਸਾਹਿਬ ਜਾਣਗੇ। ਜੋ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਸਾਡੇ ਤੇ ਕਿਰਪਾ ਕਰਨ। ਸਾਡਾ ਵੀ ਧਿਆਨ ਸ੍ਰੀ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੁੜੇ ਜੀ। ਬਸ ਇਹ ਹੈ ਬਾਬਾ ਮੋਹਨ ਜੀ ਬੜੀ ਵੱਡੀ ਹਸਤੀ ਨੇ, ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ। ਬਹੁਤ ਵੱਡੀ ਹਸਤੀ ਨੇ ਬਾਬਾ ਮੋਹਨ ਜੀ, ਪਰ ਇਹ ਹੈ ਕਿ ਥੋੜਾ ਕ੍ਰੋਧ 'ਚ ਰਹਿੰਦੇ ਨੇ ਜੀ। ਕ੍ਰੋਧ 'ਚ ਰਹਿੰਦੇ ਨੇ। ਉਹ ਵੀ ਮਹਾਰਾਜ ਨੇ ਰਾਜੀ ਕਰ ਦੇਣਾ ਜੀ ਹੁਣ ਉਹਨਾਂ ਨੂੰ। ਆਓ 2-4 ਮਿੰਟ ਆਪਾਂ ਸਾਰੇ ਜਾਪ ਕਰਕੇ ਖਿਮਾ ਮੰਗੀਏ। ਅੱਜ ਨਾ ਤੁਸੀਂ ਸੁਣਿਆ ਬਾਬਾ ਮੋਹਨ ਜੀ ਦੀ ਸਮਾਧੀ ਬਾਰੇ ਜੀ, ਸੁਣਿਆ ਨਾ ਜੀ ਕਿਵੇਂ ਉਹਨਾਂ ਦਾ ਸਰੀਰ ਵੀ ਨਹੀਂ ਸੀ ਹਿੱਲਦਾ ਤੇ ਮਿੰਟ ਰਹਿ ਗਏ ਸਾਡੇ ਕੋਲ 3। ਯਤਨ ਕਰਿਓ ਹੁਣ ਵਾਹਿਗੁਰੂ ਕਹਿਣਾ, ਲੱਕ ਸਿੱਧੇ ਕਰ ਲਓ, ਕੋਈ ਅੰਗ ਨਾ ਹਿੱਲੇ ਔਰ ਜੋ ਬੋਲਣਾ ਉਹਦੇ ਚ ਧਿਆਨ ਵੀ ਰਹੇ। ਇੱਕ ਸਿੰਘ ਗੁਰਮੁਖਾਂ ਨੂੰ ਕਹਿਣ ਲੱਗਾ ਜੀ ਮੇਰੀ ਸੁਰਤ ਨਹੀਂ ਟਿਕਦੀ, ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੂੰ ਭਾਗਾਂ ਵਾਲਾ ਹੈ। ਕੁਝ ਸਮੇਂ ਬਾਅਦ ਫਿਰ ਕਹਿੰਦਾ ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੇਰਾ ਪਰਿਵਾਰ ਭਾਗਾਂ ਵਾਲਾ। ਕੁਝ ਸਮੇਂ ਬਾਅਦ ਫਿਰ ਕਹਿਣ ਲੱਗਾ ਜੀ ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੇਰਾ ਪਿੰਡ ਹੀ ਭਾਗਾਂ ਵਾਲਾ ਹੈ। ਉਹ ਕਹਿਣ ਲੱਗਾ ਜੀ ਮੇਰਾ ਮਨ ਨਹੀਂ ਟਿਕਣ ਦਿਆ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ। ਕਹਿੰਦੇ ਤੂੰ ਭਾਗਾਂ ਵਾਲਾ, ਤੇਰੀ ਮਾਂ ਭਾਗਾਂ ਵਾਲੀ, ਤੇਰਾ ਪਰਿਵਾਰ ਭਾਗਾਂ ਵਾਲਾ, ਤੇਰਾ ਪਿੰਡ ਭਾਗਾਂ ਵਾਲਾ। ਤੈਨੂੰ ਪਤਾ ਲੱਗ ਗਿਆ ਵੀ ਮਨ ਹੁੰਦਾ। ਬਹੁਤਿਆਂ ਨੂੰ ਤੇ ਇਹੋ ਹੀ ਨਹੀਂ ਪਤਾ ਵੀ ਮਨ ਹੁੰਦਾ ਹੈ ਕਿ ਨਹੀਂ ਹੁੰਦਾ ਜੀ। ਜਿਨ੍ਹਾਂ ਨੂੰ ਇਹ ਪਤਾ ਲੱਗ ਜਾਏ ਵੀ ਮਨ ਹੈਗਾ, ਇਹ ਟਿਕਦਾ ਨਹੀਂ, ਫਿਰ ਉਹ ਟਿਕਾ ਵੀ ਲੈਂਦੇ ਹੁੰਦੇ। ਕਹਿੰਦੇ ਪ੍ਰੇਮ ਨਾਲ
ਸਾਵਧਾਨ ਹੋ ਕੇ ਬਹੁਤ ਸਹਿਜ ਵਿੱਚ ਕਹਿਣਾ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ। ਏਦਾਂ ਫਿਰ ਪਤਾ ਲੱਗਦਾ ਅਸੀਂ ਕੀ ਹੈਗੇ ਆ ਜੀ। ਹਾਂਜੀ, ਫਿਰ ਬੰਦੇ ਨੂੰ ਪਤਾ ਲੱਗਦਾ ਨਾ ਵੀ ਮੇਰੀ ਸੁਰਤ, ਮੇਰਾ ਮਨ ਟਿਕਦਾ ਕਿ ਨਹੀਂ ਟਿਕਦਾ ਜੀ। ਵੀ ਗੱਲਾਂ ਹੀ ਨੇ ਸਾਰੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਹੋਏ ਹਨ। ਸ੍ਰੀ ਗੁਰੂ ਅਰਜਨ ਸਾਹਿਬ ਆਪ ਪਹੁੰਚ ਗਏ ਆ। ਕਿਵੇਂ ਫਿਰ ਉਹ ਪੋਥੀ ਸਾਹਿਬਾਨ ਪ੍ਰਾਪਤ ਹੁੰਦੀਆਂ ਹਨ, ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਸਤਿਕਾਰ ਦੇ ਨਾਲ ਸਾਰੀਆਂ ਹੀ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ